ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਬੇਸ਼ੁਮਾਰ ਅਥਾਹ ਅਗਨਤ ਅਤੁਲ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਕਲਯੁਗ ਕੇ ਜਹਾਜ ਬਾਣੀ ਕੇ ਬੋਹਿਤ, ਹਲਤ ਪਰਤ ਕੇ ਰਖਿਕ। ਸ਼ਬਦ ਗੁਰੂ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਹਜ਼ੂਰੀ ਅੰਦਰ ਸਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਬਹੁਤ ਹੀ ਵਡਭਾਗੇ ਹੋ ਜੋ ਕਿ ਇਸ ਕਲਯੁਗ ਦੇ ਘੋਰ ਸਮੇਂ ਅੰਦਰ ਗੁਰੂ ਰੂਪ ਸਾਧ ਸੰਗਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਦਰਸ਼ਨ ਦਿਦਾਰੇ ਕਰਨ ਦਾ ਸੁਭਾਗ ਭਰਿਆ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੇ ਅੰਮ੍ਰਿਤ ਬਚਨ ਹਨ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਇਸ ਕਲਯੁਗ ਦੇ ਘੋਰ ਸਮੇਂ ਅੰਦਰ ਤਰ ਹੀ ਉਹ ਜੀਵ ਸਕਦਾ ਹੈ ਜਿਸ ਨੂੰ ਸਤ ਸੰਗਤ ਪ੍ਰਾਪਤ ਹੋਈ ਹੋਵੇ। ਸਤ ਸੰਗਤ ਕਿਸ ਨੂੰ ਜਾਣਾਂਗੇ? ਇੱਕ ਸਿੱਖ ਦੋ ਸਾਧ ਸੰਗ, ਇੱਕ ਹੈ ਤੇ ਕੇਵਲ ਸਿੱਖ ਹੈ, ਦੋ ਹੈ ਤੇ ਸਾਧ ਸੰਗਤ ਹੈ। ਹੁਣ ਨਸ਼ੇੜੀ ਜੁਆਰੀ 4-4 6-6 8-8 ਵੀ ਬੈਠ ਜਾਂਦੇ ਹਨ। ਕੱਲਾ ਗਿਣਤੀ ਮਿਣਤੀ ਨੂੰ ਵੀ ਆਪਾਂ ਸਤ ਸੰਗਤ ਨਹੀਂ ਸਮਝ ਸਕਦੇ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਜਿੱਥੇ ਇੱਕ ਪਿਆਰੇ ਪ੍ਰੀਤਮ ਦੇ ਨਾਮ ਦੀ ਗੱਲ ਹੁੰਦੀ ਹੋਵੇ, ਉਸ ਨੂੰ ਸਤ ਸੰਗਤ ਜਾਣਨਾ ਕਰੀਏ। ਸਤ ਸੰਗਤ ਵਿੱਚੋਂ ਪ੍ਰਾਪਤੀ ਕਿਸ ਚੀਜ਼ ਦੀ ਹੁੰਦੀ ਹੈ, ਕੀ ਮਿਲਦਾ ਹੈ? ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਰਹਿਮਤਾਂ ਵਰਤਾਉਂਦੇ ਹਨ ਕਿ ਤੂੰ ਸਤ ਸੰਗਤ ਵਿੱਚ ਆ ਤਾਂ ਸਹੀ, ਤੈਨੂੰ ਐਡੀ ਵੱਡੀ ਦਾਤ ਮਿਲ ਜਾਏਗੀ। ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕੀ ਮਹਿਮਾ ਗਨੀ ਨ ਆਵੈ। ਇੱਕ ਕਿਨਕਾ ਵੀ ਗੁਰੂ ਦੇ ਸ਼ਬਦ ਦਾ ਹਿਰਦੇ 'ਚ ਵਸ ਗਿਆ ਨਾ, ਗੁਰਮੁਖਾ ਤੇਰੀ ਫਿਰ ਮਹਿਮਾ ਨੂੰ ਗਣਨ ਨਹੀਂ ਕੀਤਾ ਜਾ ਸਕਦਾ, ਬਿਆਨਿਆ ਨਹੀਂ ਜਾ ਸਕਦਾ। ਗੁਰੂ ਸਾਹਿਬਾਨ ਦੇ ਅੰਮ੍ਰਿਤ ਬਚਨ ਹਨ, ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ, ਮਿਰਤਕ ਹੈ ਸੰਸਾਰ। ਥੋੜ੍ਹੇ ਜਿਹੇ ਸਮੇਂ ਵਾਸਤੇ ਆਪਾਂ ਵਿਚਾਰੀਏ। ਆਪਾਂ ਹੋਲੀ ਵੀ ਮਨਾ ਲਈ, ਆਪਾਂ ਹੋਲਾ ਮਹੱਲਾ ਵੀ ਮਨਾ ਲਿਆ, ਆਪਾਂ 2.5 ਲੱਖ ਟਰਾਲੀਆਂ 'ਤੇ ਲਾ ਕੇ ਏਸੀ ਟਰਾਲੀਆਂ ਵੀ ਬਣਾ ਲਈਆਂ, ਆਪਾਂ ਜਲੇਬੀਆਂ ਦੇ ਲੰਗਰ ਵੀ ਲਗਵਾ ਲਏ, ਵੱਡੇ ਵੱਡੇ ਪੰਡਾਲ ਵੀ ਸਜਾ ਲਏ, ਬੜੇ ਵੱਡੇ ਸਪੀਕਰ ਵੀ ਲਾ ਦਿੱਤੇ। ਕੀ ਇਹਦਾ ਭਾਵ ਅਰਥ ਕੀ ਹੈ? ਗੁਰੂ ਸਾਹਿਬ ਨੇ ਸਾਨੂੰ ਜੋ ਸਿੱਖਿਆਵਾਂ ਦਿੱਤੀਆਂ, ਕੀ ਅਸੀਂ ਉਸੇ ਅਨੁਸਾਰ ਹੀ ਚੱਲ ਰਹੇ ਹਾਂ? ਬੜੇ ਵੱਡੇ ਨਿਸ਼ਾਨ ਸਾਹਿਬ ਵੀ ਟਰੈਕਟਰਾਂ 'ਤੇ ਲਾ ਦਿੱਤੇ, ਮੋਟਰਸਾਈਕਲਾਂ 'ਤੇ ਵੀ 7-7 ਫੁੱਟੇ ਨਿਸ਼ਾਨ ਸਾਹਿਬ ਲਾ ਕੇ ਨੌਜਵਾਨ ਜਾ ਰਹੇ ਹਨ।
क्योंकि साडे गुरु साहब का फरमान है, गुरमुखो जिन्नी सतगुर पुरख ना सेवियो, शब्द ना कीतो विचार, ओए मानस जून ना आखिया ना पशु ढोर गवार। जे विचार नहीं करते तो पशुआं दी न्याई हन। आओ कुछ कुछ समय वास्ते आपां होली ते होले दी लड़ीवार विचार नूं अगाह तोरीए। जिहड़ी कल विचार चल रही सी, विचार दी आरंभता नूं गाह तोरन वास्ते मन बिरतियां नूं इकागर करिए। मन बिरतियां नूं इकागर करन वास्ते कलगीधर पातशाह दे चरनां दा ध्यान धरीए, जिहड़ा साडा मन जिहड़ा वो काबू विच रह सके। गुरु फतेह दी सांझ पाईए। बुलाओ फतेह जी। वाहिगुरू जी का खालसा, वाहिगुरू जी की फतेह। शहीदां दे सरताज श्री गुरु अर्जन देव साहब जी आखदे हन, होली कीनी संत सेव, रंग लागा अत लाल देव। ਇਹਦੇ ਵਿੱਚ ਤੇ ਸਤਿਗੁਰਾਂ ਦੀ ਕਿਰਪਾ ਹੋਈ ਹੈ, ਕੁਝ ਸੁਧਾਰ ਆਇਆ। ਪਹਿਲਾਂ ਲੋਕ ਮੂੰਹ ਕਾਲੇ ਕਰਕੇ ਘੁੰਮਿਆ ਕਰਦੇ ਸੀ ਹੋਲੀ ਵਾਲੇ ਦਿਨ, ਪਰ ਅੱਜ ਇਸ ਚੀਜ਼ ਵਿੱਚ ਤੇ ਸੁਧਾਰ ਆਇਆ, ਬੜੀ ਕਿਰਪਾ ਹੋਈ, ਲੋਕ ਰੰਗ ਲਾਉਣੋਂ ਘਟੇ ਹਨ ਕੁਝ। ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ। ਅਤ ਲਾਲ ਦੇਵ ਰੰਗ ਲੱਗ ਜਾਂਦਾ ਹੈ ਜਿਹੜੀ ਸੰਤ ਸੰਗਤ ਵਿੱਚ ਬਹਿ ਕੇ ਹੋਲੀ ਖੇਲੀ ਜਾਂਦੀ ਹੈ। ਆ ਜਿਹੜੀ ਹੋਲੀ ਆਪਾਂ ਸਾਰੇ ਅੱਜ ਮਿਲ ਕੇ ਬੈਠ ਕੇ ਖੇਲ ਰਹੇ ਨਾ, ਪਤਾ ਨਹੀਂ ਕਿਹੜਾ ਇੱਕ ਕਿਨਕਾ ਭਰ ਵੀ ਸਤ ਸੰਗਤ ਵਿੱਚੋਂ ਗੁਰੂ ਦੇ ਨਾਮ ਦਾ ਰੰਗ ਲੱਗ ਜਾਣਾ ਹੈ, ਫਿਰ ਉਹ ਅਤ ਲਾਲ ਰੰਗ ਲੱਗ ਜਾਣਾ ਹੈ। ਜਿਹੜਾ ਭਾਈ ਜੋਧ ਜੀ ਦੇ ਕੋਲੋਂ ਲੱਗਿਆ ਸੀ ਨਾ, ਗੁਰੂ ਅੰਗਦ ਦੇ ਪਾਤਸ਼ਾਹ ਨੂੰ, ਲਹਿਣਾ ਜੀ ਨੂੰ ਰੰਗ ਲੱਗਿਆ ਸੀ, ਫਿਰ ਉਹ ਗੁਰੂ ਅੰਗਦ ਦੇ ਪਾਤਸ਼ਾਹ ਬਣ ਗਏ ਸੀ। ਤੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਬੀਬੀ ਅਮਰੋ ਕੋਲੋਂ ਰੰਗ ਲੱਗਿਆ ਸੀ, ਉਹ ਗੁਰੂ ਅਮਰਦਾਸ ਪਾਤਸ਼ਾਹ ਜੀ ਬਣ ਗਏ ਸੀ। ਤੇ ਬਾਬਾ ਬਿਧੀ ਚੰਦ ਜੀ ਨੂੰ ਰੰਗ ਲੱਗਿਆ ਸੀ ਨਾ, ਤੇ ਜਦੋਂ ਬਾਬਾ ਬਿਧੀ ਚੰਦ ਜੀ ਵੀ ਆਖਦੇ ਸੀ ਕਿ ਇਹ ਮਾਲਾ ਮੈਨੂੰ ਪੱਕੀ ਦੇ ਦਿਓ, ਤੇ ਬਾਬਾ ਜੀ ਨੇ ਆਖਿਆ ਸੀ ਇਹ ਮਾਲਾ ਤੁਹਾਡੇ ਤੋਂ ਕੰਮ ਨਹੀਂ ਕਰਨੀ, ਇਹ ਮਾਲਾ ਤੇ ਸੰਤਾਂ ਕੋਲੋਂ ਹੀ ਕੰਮ ਕਰਦੀ ਹੈ। ਤੇ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਜਾ ਕੇ ਮਿਲਾਇਆ ਸੀ ਨਾ, ਤੇ ਫਿਰ ਉਹ ਮਾਲਾ ਵੀ ਕੰਮ ਕਰਨ ਲੱਗ ਪਈ ਸੀ। ਸੋ ਗੁਰਮੁਖ ਪਿਆਰਿਓ, ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ। ਕੱਲ੍ਹ ਅਸੀਂ ਥੋੜ੍ਹਾ ਜਿਹਾ ਵਿਚਾਰ ਕੀਤਾ ਸੀ ਕਿ ਪਹਿਲੇ ਸਮਿਆਂ ਦੇ ਵਿੱਚ ਲੋਕ ਹੋਲਕਾ ਦੀ ਇੱਕ ਚਿਖਾ ਬਾਲਿਆ ਕਰਦੇ ਸੀ। ਚਿਖਾ ਦੀ ਸਵਾਹ ਹਰ ਸਾਲ ਉਹਨਾਂ ਨੇ ਉਡਾ ਕੇ ਇੱਕ ਦੂਸਰੇ ਦੇ ਸਿਰ 'ਤੇ ਪਾਇਆ ਕਰਨੀ ਤੇ ਖੁਸ਼ੀ ਮਨਾਇਆ ਕਰਨੀ ਕਿ ਬੁਰਾਈ ਦੇ ਉੱਤੇ ਅੱਛਾਈ ਦੀ ਵਿਜੇ ਹੋਈ ਅੱਜ ਦੇ ਦਿਨ। ਤੇ ਯੁੱਗ ਆ ਗਿਆ ਤ੍ਰੇਤਾ। ਤ੍ਰੇਤੇ ਦੇ ਵਿੱਚ ਲੋਕਾਂ ਨੇ ਕੁਝ ਸਿਆਣੇ ਲੋਕ ਹੋਏ, ਉਹਨਾਂ ਜਾ ਕੇ ਸ੍ਰੀ ਰਾਮਚੰਦਰ ਜੀ ਕੋਲ ਸ਼ਿਕਾਇਤ ਕੀਤੀ, ਮਹਾਰਾਜ ਇੱਕ ਦੂਜੇ ਦੇ ਸਿਰ 'ਚ ਸਵਾਹ ਪਾਉਣੀ ਇਹ ਤਾਂ ਬਦਸ਼ਗਨੀ ਹੋ ਗਈ ਨਾ, ਸਵਾਹ ਪੈਣੀ ਤਾਂ ਚੰਗੀ ਗੱਲ ਨਹੀਂ ਹੁੰਦੀ। ਕਹਿੰਦੇ ਫਲਾਣੇ ਦੇ ਸਿਰ 'ਚ ਸਵਾਹ ਪੈ ਗਈ, ਮੂੰਹ ਕਾਲਾ ਹੋ ਗਿਆ ਕਿਸੇ ਦਾ। ਤੇ ਸ੍ਰੀ ਰਾਮਚੰਦਰ ਜੀ ਆਖਦੇ ਠੀਕ ਹੈ, ਬੁਰਾਈ ਤੇ ਅੱਛਾਈ ਦੀ ਵਿਜੇ ਹੈ, ਤੁਸੀਂ ਐਵੇਂ ਕਰੋ, ਇਹਨੂੰ ਰੰਗ ਨਾਲ ਗੁਲਾਲ ਨਾਲ ਖੇਲ ਲਿਆ ਕਰੋ। ਗੁਲਾਲ ਨਾਲ ਖੇਲਣੀ ਸ਼ੁਰੂ ਹੋ ਗਈ। ਯੁੱਗ ਆ ਗਿਆ ਦੁਆਪਰ ਦਾ। ਆਸਤੇ ਆਸਤੇ ਕਰਕੇ ਧਰਮ ਦੇ ਪੈਰ ਟੁੱਟਣੇ ਸ਼ੁਰੂ ਹੋ ਗਏ, ਜਿਹਨੂੰ ਭਾਈ ਗੁਰਦਾਸ ਜੀ ਆਖਦੇ ਚਾਰ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਮੈਂ ਥੋੜ੍ਹਾ ਜਿਹਾ ਵਿਸ਼ੇ ਤੋਂ ਹਟ ਕੇ ਇੱਕ ਬੇਨਤੀ ਕਰਾਂ। ਸਤਯੁਗ ਦੇ ਵਿੱਚ ਧਰਮ ਚਵਾਂ ਪੈਰਾਂ 'ਤੇ ਖੜਾ ਸੀ। ਧਰਮ ਦੇ ਚਾਰ ਪੈਰ ਕਿਹੜੇ ਕਿਹੜੇ ਹੁੰਦੇ ਹਨ ਗੁਰਮੁਖ ਪਿਆਰਿਓ? ਧਰਮ ਦਾ ਸਭ ਤੋਂ ਪਹਿਲਾ ਪੈਰ ਹੁੰਦਾ ਹੈ ਜਿਹਨੂੰ ਆਪਾਂ ਉਹ ਆਖ ਦਿੰਦੇ ਹਾਂ ਕਿ ਧਰਮ ਦੇ ਆਗੂ, ਜਿਨ੍ਹਾਂ ਨੇ ਧਰਮ ਨੂੰ ਸਹੀ ਧਰਮ ਦੀ ਦਇਆ ਦ੍ਰਿਸ਼ਟੀ ਦੇਣੀ ਹੁੰਦੀ, ਜਿਨ੍ਹਾਂ ਨੇ ਧਰਮ ਦੀ ਧਾਰਮਿਕ ਅਗਵਾਈ ਕਰਨੀ ਹੁੰਦੀ ਆ, ਕਾਜੀ ਮੁੱਲਾ ਮਲਾਣੇ ਗ੍ਰੰਥੀ ਜਿਨ੍ਹਾਂ ਨੂੰ ਅਸੀਂ ਆਖ ਦਿੰਦੇ ਹਾਂ। ਧਰਮ ਦਾ ਦੂਸਰਾ ਪੈਰ ਹੁੰਦਾ ਜਿਹੜੇ ਸੰਸਾਰ ਨੂੰ ਛੱਡ ਕੇ ਤਪਸਵੀ ਬਾਹਰ ਜਾ ਕੇ ਬੈਠ ਜਾਂਦੇ ਹਨ। ਧਰਮ ਦਾ ਪੈਰ ਹੁੰਦਾ ਸੰਤ ਮਹਾਤਮਾ, ਅਤੇ ਧਰਮ ਦਾ ਪੈਰ ਹੁੰਦਾ ਰਾਜੇ ਜਿਨ੍ਹਾਂ ਨੇ ਪ੍ਰਜਾ ਨੂੰ ਨਿਆਂ ਦੇਣਾ ਹੁੰਦਾ। ਅਤੇ ਇਹਨਾਂ ਦੇ ਪਰਥਾਏ ਭਾਈ ਸਾਹਿਬ ਭਾਈ ਗੁਰਦਾਸ ਜੀ ਆਖਦੇ ਧਰਮ ਦਾ ਜਿਹੜਾ ਸਭ ਤੋਂ ਵੱਡਾ ਪੈਰ ਹੁੰਦਾ
जे किते धार्मिक आगूआं तो भी समाज नूं कोई खतरा हो जावे ना, तो फिर भी कई बारी शिकायत लैके पहुँच जाते आ राजनीतिक आगूआं दे कोल, प्रधान मंत्री कोल। मान लो अपना सिख धर्म आ, सानू किसी इलाके के पंडित जी तो खतरा हो जां मौलवी को खतरा हो जे, असीं थाणे पहुँच जाने जी आ मौलवी जी नहीं मनदा, जां किते साडे तो उन्हां नूं खतरा हो जो चले जाते जी वो ग्रंथी जी बड़ा तंग करदा सानू। शिकायत पहुँच जाती ना राजे कोल, ते जदों किते वो राजा ही वो धर्म दा पैर ही ठीक ना होवे, राजे ऐसे होण, राजे पाप कमाउंदे, राजे पापी हो जाण, राजे वड्डी लैण लग पैण, ते उदों इहो जिहा जदों सिस्टम चल पवे ते राजे पापी होण ते फिर की होवेगा, ते फिर कहंदे राजिਆਂ वाला पहला पैर टुट गया। राजे पाप कमाउंदे उल्टी वाड़ खेत को खाई, जिन्हें खेत नूं बचाउणा सी वाड़ लाई सी, वो वाड़ ही उठ के खेत नूं खाण लग पवे। आपां हुण राजे तां ही चुणदे ना वोटां पा के कि साडी राखी करनगे, लोड़ पैण ते साडी ये सुणनगे। ते राजे पाप कमाउंदे उल्टी वाड़ खेत को खाई, जदों पहला पैर धर्म दा टुट गया ते धर्म फिर तीन पैरां ते खड़ा सी, ते तीन पैरां ते जिवें फिर बुलद दी चौथी लत्त टुटी होवे तो इस तरह तुरदा ना, फिर लंगड़ा के चलदा, ते फिर एक पैर जिहड़ा ओहदा टुट गया ते तिन्नां पैरां ते धर्म जिहड़ा ओह तुरन लग्या। ते जदों फिर युग आ गया त्रेता, ते त्रेता ते फिर तीन पैरां ते धर्म खड़ा सी। फिर त्रेते युग दे अवतार आया रामचंद्र जी, जिन्हों 14 कला 16 कला संपूर्ण आख्या जाता सी। ते रामचंद्र जी ने वो चौथे टुटे हुए पैर का सहारा देना सी। फिर धर्म का तीसरा पैर भी टुट गया। तीसरा पैर किहड़ा सी? राजियां वाले पैर का सहारा ते दिता। फिर वो पैर जिन्हों कहते संत महात्मा, ते ओहदे बारे गुरु ग्रंथ साहब विच भी लिखिया है, कादी कूड़ बोल मल खाए, बामण नहाए जियां काए, जोगी जुगत ना जाने, अंध तीनों उजाड़े का बंद। ये भी पैर धर्म का जदों टुट चुकिया सी, फिर धर्म खड़ा रह गया दो पैरां ते, युग आ गया द्वै पैर। ते जदों दोवां पैरां ते खड़ा सी धर्म, फिर लोग भजदे गुरुद्वारा साहब वाल नूं, हुण करो अरदास जाके, हुण मंदिर जाओ, हुण बंदियां ते ओट आसरा नहीं रहा, हुण कोई जथेदार भी काम दा नहीं रहा, हुण कोई ग्रंथी भी नहीं रहा, हुण कोई नहीं सुनदा। फिर जाओ तो फिर उन्हां स्थानां दी हालत भी उदों इहो जी हो गई, काल नाही जोग नाही, नाही सत का टब, थान सट जग भ्रिष्ट हुए, डूबता इम जग। जदों वो थान भी भ्रिष्ट हो गए, जिमें लक्ष्मण वर्गे बैठ गए सी ननकाणा साहब ते महंत, ते तरन ताਰਨ साहब भी बेदबियां होण लग पईयां सी, इस तरह हो गया सी। ते उदों फिर धर्म इक्को पैर ते खड़ा सी, वो भी मढ़ाउण लग पिया सी, डगमगाउण लग पिया सी। फिर की होया? फिर आप नारायण कला धार जग में परवरियो, फिर अनंत कला लै ठाकर चढ़िया। फिर वो परमात्मा नूं आप गुरु नानक साहब दे स्वरूप धारण करके इस मात लोक विच आप अवतार धारण करके आउणा पिया। सो गुरमुखो जदों खतरा हुंदा फिर आप आउणा पैंदा। जदों फिर इत्थे द्वापर युग दे अवतार कोल शिकायत आई, महाराज हुण ते ये रंग तुसीं कह दिता सी त्रेते दे अवतार ने, पे ठीक आ तुसीं पानी च घोल के खेलो। उन्हां क्या रंग ना खेलो, हुण रंग च भी मिलावट करन लग पे लोग, रेत पाउण लग पे। हुण की करिए? ये अखां च पै जांदी आ, कहंदे पानी च घोल लो रेत थल्ले बह जाएगी। द्वापर च रेत पानी च घोल के रंग खेलन लग पे। हुण आ गया कलयुग। हुण अज कलगीधर पातशाह ने 2 वार चिट्ठियां पाईयां। पहली बार चिट्ठियां कदों पाईयां? अज सतगुर बाजां वाले ने, होए दिली गुस्से विच काले ने, सी लिख रहे चिट्ठियां पाउण लई। एक मुठो जो हिंदू हिंद दिओ, भारत नूं स्वर्ग बनाउण लई। बड़े पापी वादे करदे ने, पे कई बदोशे मरदे ने, विदोशियां दी जान बचाउण लई। एक मुठो जो हिंदू हिंद दिओ, भारत नूं स्वर्ग बनाउण लई।
ਜਦੋਂ ਸਤਿਗੁਰਾਂ ਨੇ ਖਾਲਸਾ ਸਜਾਉਣਾ ਸੀ ਨਾ, ਪਹਿਲੀ ਵਾਰ ਉਦੋਂ ਕਲਗੀਧਰ ਪਿਤਾ ਜੀ ਨੇ ਚਿੱਠੀਆਂ ਲਿਖੀਆਂ। ਮੈਂ ਥੋੜ੍ਹਾ ਜਿਹਾ ਤੁਹਾਨੂੰ ਪਛਾਣ ਲੈ ਕੇ ਚੱਲਾਂ, ਵਿਸ਼ਾ ਸਮਝ ਆ ਜਾਵੇ। ਕਈ ਵੀਰ ਪਤਾ ਕੀ ਆਖਦੇ, ਉਹ ਇੱਕ ਬੰਦਾ ਕੀ ਕਰ ਸਕਦਾ, ਇੱਕ ਬੰਦਾ ਸਿਸਟਮ ਨੂੰ ਕਿਵੇਂ ਬਦਲ ਸਕਦਾ? ਜਦੋਂ ਵੀ ਬਦਲਿਆ ਸਿਸਟਮ ਨੂੰ ਇੱਕ ਬੰਦੇ ਨੇ ਹੀ ਬਦਲਿਆ। ਇੱਕ ਬੰਦਾ ਸੱਚਾ ਤੁਰ ਪਵੇ ਨਾ ਅੱਗੇ, ਤੇ ਕਾਫਲਾ ਪਿੱਛੇ ਆਪਣੇ ਆਪ ਹੀ ਤੁਰ ਪੈਂਦਾ ਹੈ। ਜਦੋਂ ਵੀ ਤੁਰਦਾ ਇੱਕ ਬੰਦਾ ਹੀ ਤੁਰਦਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਕੱਲੇ ਹੀ ਤੁਰੇ ਸੀ। ਮਹਿਤਾ ਕਾਲੂ ਨੇ ਵੀ ਬਾਂਹ ਫੜ ਲਈ ਸੀ, ਪੁੱਤ ਨਾ ਤੁਰ, ਕਿੱਧਰ ਤੁਰ ਪਿਆ ਤੂੰ? ਸਾਰਿਆਂ ਨੇ ਫੜ ਕੇ ਰੋਕਿਆ ਸੀ ਨਾ, ਪਰ ਇਕੱਲੇ ਹੀ ਤੁਰੇ ਸੀ ਨਾ ਗੁਰੂ ਨਾਨਕ ਪਾਤਸ਼ਾਹ। ਬਾਅਦ ਵਿੱਚ ਨਾਲ ਬਾਲਾ ਤੇ ਮਰਦਾਨਾ ਤੁਰ ਪਏ। ਪਰ ਜਦੋਂ ਕਸ਼ਮੀਰੀ ਪੰਡਤ ਆਏ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਕੱਲੇ ਹੀ ਤੁਰੇ ਸੀ ਨਾ, ਤੇ ਇਕੱਲਿਆਂ ਨੇ ਹੀ ਤੋਰਿਆ ਸੀ ਨਾ ਗੁਰੂ ਗੋਬਿੰਦ ਰਾਏ ਜੀ ਨੇ, ਪਿਤਾ ਜੀ ਤੁਸੀਂ ਜਾਓ। ਤੇ ਜਦੋਂ ਕਟਿਆ ਹੋਇਆ ਸੀਸ ਆਇਆ ਸੀ ਨਾ, ਤੇ ਗੁਰੂ ਗੋਬਿੰਦ ਰਾਏ ਜੀ ਨੇ ਇਕੱਲਿਆਂ ਹੀ ਪੁੱਛਿਆ ਸੀ ਨਾ ਕਿ ਜੈਤਿਆ ਬੜਾ ਰੋਹ ਜਾਗਿਆ ਹੋਣਾ ਹਿੰਦੂਆਂ ਤੇ ਸਿੱਖਾਂ ਦੇ ਵਿੱਚ, ਤੇ ਨੀਵੀਂ ਪਾ ਲਈ। ਕਹਿੰਦੇ ਜੈਤਿਆ ਕੀ ਗੱਲ, ਜੀਵਨ ਸਿੰਘ ਸਿਰ ਕਿਉਂ ਝੁਕਾ ਲਿਆ? ਕਹਿੰਦੇ ਮਹਾਰਾਜ ਉੱਥੇ ਹਿੰਦੂਆਂ ਸਿੱਖਾਂ ਸਾਰਿਆਂ ਹੀ ਸਿਰ ਝੁਕਾ ਲਿਆ, ਉਹ ਸਾਰੇ ਜ਼ੁਲਮ ਅੱਗੇ ਡਰ ਗਏ ਉੱਥੇ। ਤੇ ਸਤਿਗੁਰਾਂ ਨੇ ਇੱਕਦਮ ਸ਼ਰ ਕਰਦੀ ਸ਼ਮਸ਼ੀਰ ਧੋਈ ਮਿਆਨ ਚੋਂ। ਹੁਣ ਜਰਾ ਕੁ ਕਲਪਨਾ ਕਰਿਓ ਕਿ ਪਤਾ ਉਮਰ ਕਿੰਨੀ ਸੀ ਸਤਿਗੁਰਾਂ ਦੀ? ਪੌਣੇ ਕੋ 9 ਸਾਲ ਦੀ। ਤੇ ਸਾਹਮਣੇ ਕੀ ਨਜ਼ਰ ਆ ਰਿਹਾ ਸੀ? ਪਿਤਾ ਦਾ ਕਟਿਆ ਹੋਇਆ ਸੀਸ ਲੈ ਕੇ ਬਾਬਾ ਜੀਵਨ ਸਿੰਘ ਖੜਾ, ਤੇ ਸ਼ਮਸ਼ੀਰ ਮਿਆਨ ਚੋਂ ਧੋਈ ਇਸ ਤਰ੍ਹਾਂ, ਤੇ ਹਵਾ 'ਚ ਪਹਿਲੀ ਵਾਰ ਲਹਿਰਾਈ ਸੀ ਇਸ ਤਰ੍ਹਾਂ। ਤੇ ਲਹਿਰਾ ਕੇ ਆਖਿਆ ਸੀ, ਮੈਂ ਇਸ ਤੇਗ 'ਚੋਂ ਐਸਾ ਖਾਲਸਾ ਪ੍ਰਗਟ ਕਰਾਂਗਾ ਕਿ ਇਹ 1.25 ਲੱਖ ਵਿੱਚ ਵੀ ਮੇਰਾ ਖਾਲਸਾ ਖੜਾ ਹੋਏਗਾ ਤੇ ਉਹਦੀ ਪਹਿਚਾਣ ਛੁਪ ਨਹੀਂ ਸਕੇਗੀ, ਉਹ 1.25 ਲੱਖ 'ਚ ਵੀ ਪਹਿਚਾਣਿਆ ਜਾਏਗਾ। ਪਰ ਅੱਜ ਦੁੱਖ ਦੀ ਗੱਲ ਹੈ ਗੁਰਮੁਖੋ, ਅੱਜ 2.5 ਲੱਖ ਰੁਪਇਆ ਟਰਾਲੀਆਂ ਤੇ ਲਾ ਕੇ ਜਾ ਰਹੇ ਹੋ। 2.5 ਲੱਖ ਲਾ ਕੇ ਤੁਹਾਨੂੰ ਦੱਸਣਾ ਪੈ ਰਿਹਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ। ਅੱਜ 8-8 ਫੁੱਟ ਉੱਚਾ ਨਿਸ਼ਾਨ ਸਾਹਿਬ ਟਰਾਲੀ ਟਰੈਕਟਰ ਤੇ ਲਾ ਕੇ ਤੁਹਾਨੂੰ ਦੱਸਣਾ ਪੈ ਰਿਹਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ। ਮੂੰਹ ਤੇ ਦਾੜਾ ਨਹੀਂ, ਸਿਰ ਤੇ ਕੇਸ ਨਹੀਂ, ਤੇ ਗੁਰਦੁਆਰਾ ਸਾਹਿਬ ਤੋਂ ਲੈ ਕੇ 2.5 ਮੀਟਰ ਦਾ ਪੀਲਾ ਸਰੋਪਾ ਉਹ ਸਿਰ ਤੇ ਬੰਨ੍ਹ ਕੇ ਤੇ ਚੱਲੇ ਹੀ ਉਹ ਆਨੰਦਪੁਰ ਨੂੰ। ਕੀ ਲੈਣ ਚੱਲੇ ਹੀ ਉਹ? ਕੀ ਸਾਬਤ ਕਰਨਾ ਚਾਹੁੰਦੇ ਜੇ ਆਨੰਦਪੁਰ ਸਾਹਿਬ ਜਾ ਕੇ? ਕੀ ਦੱਸਣਾ ਚਾਹੁੰਦੇ ਜੇ ਉੱਥੇ ਜਾ ਕੇ? ਕਾਹਦੇ ਵਾਸਤੇ ਜਾ ਰਹੇ ਜੇ? ਰਸਤੇ 'ਚ ਕੀ ਪ੍ਰਚਾਰ ਕਰਨਾ ਚਾਹੁੰਦੇ ਜੇ ਕਿ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਇਸ ਤਰ੍ਹਾਂ ਦਾ ਸੀ? ਉੱਥੇ ਜਾ ਕੇ ਜੋਤੀ ਸਰੂਪ ਸਾਹਿਬ ਮੱਥਾ ਟੇਕ ਕੇ ਕੀ ਦੱਸਣਾ ਚਾਹੁੰਦੇ ਜੇ ਸਾਹਿਬਜ਼ਾਦਿਆਂ ਨੂੰ ਕਿ ਸਾਡੇ ਆਹ ਸਰੂਪ ਦੇਖਣ ਵਾਸਤੇ ਤੁਸੀਂ ਕੁਰਬਾਨੀਆਂ ਕੀਤੀਆਂ? ਜਾਣ ਤੋਂ ਪਹਿਲਾਂ ਜਰਾ ਸੋਚਿਆ ਕਰੋ, ਸਰਹੰਦ ਚੱਲੇ ਜੇ ਉਹਨਾਂ ਵਰਗੇ ਸਰੂਪ ਬਣਾ ਕੇ ਜਾਇਆ ਕਰੋ ਜਿਹੜਾ ਸਾਹਿਬਜ਼ਾਦਿਆਂ ਨੂੰ ਲੱਗੇ ਵੀ ਅਸੀਂ ਸ਼ਹਾਦਤਾਂ ਇਹਨਾਂ ਵਾਸਤੇ ਦਿੱਤੀਆਂ ਸੀ। ਗੁਰਮੁਖ ਪਿਆਰਿਓ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਦੋਂ ਸ਼ਮਸ਼ੀਰ ਧੋਈ ਨਾ ਮਿਆਨੋਂ, ਸਾਡੇ ਵਰਗੇ ਉਦੋਂ ਵੀ ਬਥੇਰੇ ਖੜੇ ਸੀ ਉੱਥੇ ਵੇਖਣ ਵਾਸਤੇ। ਤੇ ਉਹਨਾਂ ਨੇ ਕਿਹਾ ਨਾ ਮੈਂ ਐਸਾ ਖਾਲਸਾ ਸਜਾਵਾਂਗਾ, ਤੇ ਮੇਰੇ ਵਰਗਿਆਂ ਉਦੋਂ ਵੀ ਸੋਚਿਆ ਹੋਣਾ, ਪਤਾ ਕੀ ਆਖਿਆ ਹੋਣਾ, ਕੀ ਕਰੇਗਾ ਇਹ ਬਾਲਕ, ਉਮਰ ਤੇ ਪੌਣੇ 9 ਸਾਲ ਦੀ ਆ। ਸਾਡੇ ਵਾਸਤੇ ਤੇ ਹੈ ਨਾ ਕਿ ਕਲਗੀਧਰ ਪਾਤਸ਼ਾਹ ਦੇ ਪਿਤਾ ਦੀ ਸ਼ਹਾਦਤ ਹੋਈ, ਪਰ ਉਦੋਂ ਪਤਾ ਕੀ ਆਂਦੇ ਹੋਣੇ ਉਹ ਕਿ ਇਹਦੇ ਪਿਤਾ ਦਾ ਹੋ ਗਿਆ ਕਤਲ। ਪੌਣੇ 9 ਸਾਲ ਦੀ ਆ ਇਸ ਬਾਲਕ ਦੀ ਉਮਰ, ਤੇ ਭਾਵੁਕ ਹੋ ਕੇ ਬੋਲੀ ਜਾ ਰਿਹਾ, ਮੈਂ ਆਹ ਕਰ ਦੂੰਗਾ, ਮੈਂ ਉਹ ਕਰ ਦੂੰਗਾ। ਔਰੰਗਜ਼ੇਬ ਦਾ ਦੇਸ਼ ਤੇ ਰਾਜ ਹੈ, ਪਹਾੜੀ ਰਾਜਿਆਂ ਦੀ ਤਾਕਤ ਹੈ, ਇਕਲੌਤਾ ਇਹ ਪਿਤਾ ਦਾ ਪੁੱਤਰ ਹੈ, ਪੌਣੇ 9 ਸਾਲ ਦੀ ਉਮਰ ਹੈ, ਕੀ ਕਰ ਦੇਗਾ ਇਹ ਇਕੱਲਾ? ਇਹਨੇ ਕੀ ਕਰ ਲੈਣਾ ਭਾਈ? ਅੱਜ ਜਦੋਂ ਅਸੀਂ ਸੋਚ ਲੈਂਦੇ ਨਾ ਸਿਸਟਮ ਨੂੰ, ਇਕੱਲਾ ਬੰਦਾ ਕੀ ਕਰ ਲੂਗਾ? ਜਰਾ ਆਪਣੇ ਬਾਪੂ ਦਾ ਇਤਿਹਾਸ ਵਿਚਾਰ ਲਈਏ, ਬਾਪੂ ਦਾ ਕੁਰਸੀਨਾਮਾ ਦੇਖ ਲਈਏ, ਅੰਦਰੋਂ ਦ੍ਰਿੜਤਾ ਆ ਜਾਊਗੀ ਕਿ ਆਪਾਂ ਕੀ ਕਰ ਸਕਦੇ ਹਾਂ। ਵੈਸੇ ਤਾਂ ਆਪਣੇ ਬਜ਼ੁਰਗਾਂ ਨੇ ਦੱਸ ਹੀ ਦਿੱਤਾ ਜਾ ਕੇ ਦਿੱਲੀ ਦੇ ਤਖਤਾਂ ਨੂੰ ਕਿ ਆਪਾਂ ਕੀ ਕਰ ਸਕਦੇ ਹਾਂ। ਕਦੇ ਉਹ ਮੋਦੀ ਕਹਿੰਦਾ ਸੀ ਕਿ ਮੇਰੀ ਧੌਣ ਦਾ ਕਿੱਲਾ ਕੋਈ ਕੱਢ ਸਕਦਾ? ਮੈਂ ਕੱਲ ਵੀ ਗੱਲ ਕਰ ਰਿਹਾ ਸੀ ਨਾ, ਕਹਿੰਦੇ ਆਪਾਂ ਇਤਿਹਾਸ ਨਹੀਂ ਸੰਭਾਲਿਆ। ਮੈਂ ਕਿਹਾ ਕੌਣ ਕਹਿੰਦਾ ਨਹੀਂ ਸੰਭਾਲਿਆ?
ਪਹਿਲਾਂ ਇੰਨੀ ਵਾਰੀ ਦਿੱਲੀ ਜਿੱਤੀ, ਹੁਣ ਫਿਰ ਜਿੱਤ ਕੇ ਦੱਸ ਦਿੱਤਾ। ਜੇ ਕਿਸੇ ਨੇ ਕਿਤਾਬਾਂ 'ਚ ਨਹੀਂ ਕਹਿੰਦੇ ਲਿਖਿਆ, ਨਹੀਂ ਸੰਭਾਲਿਆ, ਤੇ ਸਤਿਗੁਰ ਕਲਗੀਧਰ ਪਾਤਸ਼ਾਹ ਨੇ ਪ੍ਰੈਕਟੀਕਲ ਕਰਕੇ ਦੱਸ ਦਿੱਤਾ ਕਿ ਆਪਾਂ ਦਿੱਲੀ ਐਵੇਂ ਜਿੱਤ ਲੈਨੇ ਹੁੰਨੇ ਜਿਹੋ ਜਿਹਾ ਸਮਾਂ ਹੋਵੇ। ਸੋ ਗੁਰਮੁਖ ਪਿਆਰਿਓ, ਇਤਿਹਾਸ ਸੰਭਾਲਣਾ ਸੀ, ਸਾਡੇ ਸਿਰ ਤੇ ਕਲਗੀਧਰ ਪਾਤਸ਼ਾਹ ਦਾ ਹੱਥ ਹੈ। ਉਹ ਸਮਰੱਥ ਹੈ ਕਲਗੀਧਰ ਪਾਤਸ਼ਾਹ, ਸਭ ਥਾਈਂ ਹੋਏ ਸਹਾਏ। ਆਪਾਂ ਅਰਦਾਸ ਕਰਦੇ ਹਾਂ ਨਾ ਹਰ ਸਮੇਂ, ਇਸ ਕਰਕੇ ਉਸ ਪਿਤਾ ਨੇ ਆਪੇ ਰਹਿਮਤਾਂ ਵਰਤਾ ਦੇਣੀਆਂ। ਤੇ ਉਦੋਂ ਸੋਚਿਆ ਹੋਣਾ ਕਿ ਇਹ ਕੀ ਕਰ ਸਕਦਾ ਬਾਲਕ, ਤੇ ਮੇਰੇ ਸ਼ਹਿਨशाह ਨੇ ਪਤਾ ਕੀ ਆਖਿਆ ਹੋਣਾ ਉਸ ਸਮੇਂ, ਕਹਿੰਦੇ ਏਕ ਏਕ ਕੋ ਧਰ ਲੂੰਗਾ ਸ਼ਮਸ਼ੀਰ ਕੇ ਆਗੇ। ਤੁਸੀਂ ਇਕੱਲੇ ਔਰੰਗਜ਼ੇਬ ਦੀ ਗੱਲ ਕਰਦੇ ਹੋ, ਤੁਸੀਂ ਪਹਾੜੀਆਂ ਦੀ ਗੱਲ ਕਰਦੇ ਹੋ। एक एक को धर लूँगा शमशीर के आगे, दिल सीना चीर के धर दूँगा शमशीर के आगे। अब तक दुनिया झुकती थी तकदीर के आगे, अब तकदीर भी झुकेगी मेरी शमशीर के आगे। तुसी देख सकते हो अज भी कलगीधर पातशाह दी शमशीर दे अगे तकदीर झुकदी नज़र आ सकती है। दिल्ली दे विच तकदीर झुकी नहीं सतगुरां दी शमशीर दे अगे, किथे किथे नहीं झुकी, हर जगह झुकदी हुई नज़र आ सकती है। सो कलगीधर पिता जी ने दूसरी बार चिट्ठी लिखी कि आओ तुहानू मैं होली नहीं होला महला सिखाउणा चाहुंदा हाँ। जदों आनंदपुर साहब दे विच इकट्ठ होया, सतगुरां ने पुछया कि तुहाडे घरों कोई तुहाडी बहू बेटी नूं चक के लै जावे, तुसी गुलाल दे नाल खुशी मनाओगे, तुसी रंग पा के होली खेलोगे। सारियां दियां गर्दनां झुक गईयां। सतगुर नहीं कहंदे 712 ईस्वी च मीर कासम आया, कदे गजनवी आया, कदे गौरी आया, कदे अबदाली आया। तुहाडे देश दियां बहु बेटियां नूं गजनवी बाज़ारां 'च टके टके दे भाव वेचिया जा रहा, तुसी रंग नाल होलियां खेली जा रहे हो। अज रंग नाल होली खेलन दा वेला नहीं, अज हथियार चुको, तुहानू मैं शस्त्र विद्या सिखाउना। शस्त्र ते शास्त्र विद्या सिखो ते ज्ञान प्राप्त करो, ते दुश्मन दे खून दे नाल होला खेलो ते अपने देश नू बचाओ। ते अज तो सानू सतगुरां ने होला महला खेलना सिखाया। होली खेल दे आए सा रंग पाके, सतगुरां नवा कौतक रचा दिता। 5 किलियां दा सतगुर निर्माण करके, डिफेंस मजबूत करना गुरां सिखा दिता। रंग पा के करने ना मुँह काले, सूरबीरां वाला जीवन जीवना सिखा दिता। एक हाथ माला ते दूजे हाथ तेग दे के, संत सिपाही सानू बना दिता। एक हाथ माला ते दूजे हाथ तेग दे के, संत सिपाही सानू सतगुरां बना दिता। सो गुरमुख प्यारिओ, होली ते होले महल्ले दा मतबल सानू समझण दी लोड़ है। लंगर ते गुरमुख प्यारिओ लगदे रहने बाबे नानक पातशाह ने शुरू कीते हुए हैं। मैं ये बेनती करां, अज जिस चीज़ की रिक्वायरमेंट है, अज एक एक बच्चा है घरां दे विच। मैं कल भी जिक्र कीता सी, मेरा उस दिन का हिरदा बड़ा वलुंदरिया होया। मैं फरीदकोट ते गुरुद्वारा साहब कथा करन गया सी, गुरुद्वारा निशान साहब, ते जेड़े वो माता दे शब्द सी अज भी मेरे कन चीरदे हैं। उन्होंने कहा बाबा जी मैं फाजिलका तो आई सी किसी काम इत्थे, कहंदी एक मेरी जठानी विधवा ते एक मैं विधवा, ते साडे जेड़े कहंदी अगे मेरे तिन पुत सी ते अज मेरियां तिन्ने नूहां विधवा। ये सारे कहंदी नशे दे भेट चिट्टे दे भेट चढ़ गए, ते इक्को मेरा 22 साल का पोतरा बचिया।
ਤੇ ਕਹਿੰਦੀ ਆ ਜਿਹੜੀਆਂ ਸਰਕਾਰਾਂ ਆਈਆਂ ਤੇ ਮੇਰਾ ਪੋਤਰਾ ਬਚਾ ਸਕਣਗੀਆਂ। ਉਹ ਹੁਣ ਸਾਨੂੰ ਕਹਿੰਦਾ ਕੋਠੀ ਵੇਚ ਕੇ ਪੈਸਾ ਦੇ ਦਿਓ ਮੈਨੂੰ ਨਸ਼ਾ ਖਾਣ ਵਾਸਤੇ। ਤੇ ਮੈਂ ਉਹਨੂੰ ਵੀ ਕਿਹਾ ਭੋਲੀਏ ਮਾਂ, ਕਿਸੇ ਸਰਕਾਰ ਨੇ, ਕਿਸੇ ਸਮਾਜ ਸੇਵੀ ਨੇ ਤੇਰੇ ਬੱਚੇ ਨੂੰ ਨਸ਼ੇ ਤੋਂ ਨਹੀਂ ਜੇ ਬਚਾਉਣਾ। ਜੇ ਬਚਾਉਣਾ ਤੇ ਗੁਰੂ ਨੇ ਬਚਾਉਣਾ ਜੇ। ਪਰ ਇਹ ਸਮਝ ਲੈ, ਤੂੰ ਨਰਸਰੀ ਕਲਾਸ ਚੋਂ ਬੱਚੇ ਨੂੰ ਸਕੂਲ 'ਚ ਨਹੀਂ ਪਾਇਆ ਤੇ ਤੂੰ ਸੋਚੇ ਕਿ ਮੈਂ ਜਦੋਂ ਗ੍ਰੈਜੂਏਟ ਦੀ ਉਮਰ ਦਾ ਹੋਊ ਉਦੋਂ ਉਹਨੂੰ ਲੈ ਜਾਵਾਂਗੀ ਸਕੂਲ। ਉਹਦੀ ਪੜ੍ਹਨ ਦੀ ਉਮਰ ਲੰਘ ਗਈ, ਉਹਨੇ ਸਕੂਲ 'ਚ ਉਦੋਂ ਨਹੀਂ ਜੇ ਪੜ੍ਹਨਾ, ਉਹਦਾ ਸਕੂਲ ਦੀ ਕਲਾਸ 'ਚ ਮਨ ਨਹੀਂ ਜੇ ਲੱਗਣਾ। ਉਹਨੂੰ ਤੂੰ ਨਰਸਰੀ 'ਚੋਂ ਲੈ ਕੇ ਜਾਣਾ ਸੀ ਸਕੂਲ ਵਿੱਚ। ਫਿਰ ਵੀ ਇਹ ਸਿੱਖੀ ਦਾ ਸਕੂਲ ਇਹੋ ਜਿਹਾ, ਇਹ ਸਕੂਲ 'ਚ ਕਹਿੰਦੇ ਛੋਟਾ ਮੂੰਹ ਤੇ ਵੱਡੀ ਗੱਲ ਹੈ। ਇੱਥੇ ਤੇ ਸਤਿਗੁਰਾਂ ਨੇ ਆਪ ਪ੍ਰੈਕਟੀਕਲ ਕਰਕੇ ਦੱਸਿਆ, ਤਾਂ ਕੀਤਾ ਕਿ ਅਸੀਂ ਕਦੀ ਡੋਲੀਏ ਨਾ। ਇੱਥੇ ਤੇ 70 ਸਾਲ ਦਾ ਬਾਬਾ ਅਮਰਦਾਸ ਪਹੁੰਚ ਜਾਂਦਾ ਸੀ ਤੇ ਉਹ ਧੰਨ ਗੁਰੂ ਅਮਰਦਾਸ ਬਣ ਜਾਂਦੇ ਹਨ। ਤੂੰ ਮੇਰੀ ਮਾਂ ਹੁਣ 22 ਸਾਲ ਦਾ ਵੀ ਹੋ ਗਿਆ ਨਾ, ਹੁਣ ਵੀ ਉਂਗਲ ਫੜ ਕੇ ਤੂੰ ਲੈ ਜਾ ਗੁਰੂ ਨਾਨਕ ਪਾਤਸ਼ਾਹ ਦੇ ਘਰ। ਇੱਥੋਂ ਹੀ ਤੇਰਾ ਪੁੱਤ ਬਚ ਸਕਦਾ, ਹੋਰ ਕਿਸੇ ਨੇ ਨਹੀਂ ਉਹ ਬਚਾਉਣਾ। ਤੂੰ ਵੇਖ ਲੈ ਮਾਂ, 70% ਨਸ਼ਾ ਜਿਹੜਾ ਤੂੰ ਕਹਿੰਦੀ ਨਾ ਇਹਨੂੰ ਬਚਾਊਗਾ, ਇਹ 100 ਚੋਂ 50% ਤੇ ਸ਼ਰਾਬ ਦੇ ਠੇਕੇ ਆ ਸਾਡੇ ਦੇਸ਼ ਵਿੱਚ, ਜਿਹੜੇ ਕਿਸੇ ਸਰਕਾਰ ਨੇ ਬੰਦ ਨਹੀਂ ਕਰਨੇ। ਸਭ ਤੋਂ ਵੱਧ ਜਿਹੜਾ ਪ੍ਰੋਫਿਟ ਹੈ ਨਾ ਸਰਕਾਰਾਂ ਨੂੰ, ਉਹ ਸ਼ਰਾਬ ਦੇ ਠੇਕਿਆਂ ਤੋਂ ਆਉਂਦਾ, ਉਹ ਨਹੀਂ ਬੰਦ ਹੋਣਾ। ਉਹ ਤੇ ਆਰਮੀ 'ਚ ਵੀ ਇਸ਼ੂ ਹੋਈ ਜਾਂਦੀ ਸ਼ਰਾਬ 3 ਦਿਨ ਹਫ਼ਤੇ ਦੇ ਵਿੱਚ। 50% ਸ਼ਰਾਬ ਦੇ ਠੇਕਿਆਂ ਤੋਂ ਨਸ਼ਾ ਮਿਲਦਾ, ਕੌਣ ਬੰਦ ਕਰ ਦੂ? ਤੇ 20% ਜਿਹੜਾ ਨਸ਼ਾ ਉਹ ਮੈਡੀਕਲ ਸਟੋਰਾਂ ਤੋਂ ਡਾਕਟਰ ਲਿਖ ਕੇ ਦਿੰਦਾ, ਇਹਨੂੰ ਨੀਂਦ ਨਹੀਂ ਆਉਂਦੀ ਆ ਦੇ ਦਿਓ, ਇਹਨੂੰ ਬੇਚੈਨੀ ਰਹਿੰਦੀ ਆ ਦੇ ਦਿਓ। 70% ਹੋ ਗਿਆ। ਤੇ 20% ਤਸਕਰੀ ਵਾਲੀ ਵੇਚੀ ਜਾਂਦੇ ਆ, 90% ਹੋ ਗਿਆ। ਤੇ 10% ਲੋਕ ਘਰਾਂ 'ਚ ਦੇਸੀ ਸ਼ਰਾਬ ਕੱਢੀ ਜਾਂਦੇ ਆ। ਦੱਸੋ ਮਾਤਾ, ਕੌਣ ਬੰਦ ਕਰ ਦੂਗਾ ਇਹਨੂੰ? ਤੇਰੀ ਘਰ ਦੀ ਫਰਿੱਜ 'ਚੋਂ ਆ ਕੇ ਨਸ਼ਾ ਕਿਸੇ ਨੇ ਨਹੀਂ ਉਹ ਕੱਢਣਾ, ਇਹ ਤੈਨੂੰ ਆਪ ਕੱਢਣਾ ਪੈਣਾ। ਜੇ ਅਸੀਂ ਆਪਣੀ ਰਸੋਈ ਨੂੰ ਆਪ ਨਹੀਂ ਸਾਫ਼ ਕਰ ਸਕਦੇ ਨਾ, ਸਮਾਜ ਸੇਵੀ ਨੇ ਕਿਸੇ ਨੇ ਨਹੀਂ ਉਹ ਕਰਨਾ। ਤੁਸੀਂ ਘਰ ਵਿੱਚ ਕਿਸੇ ਬੀਬੀ ਨੂੰ ਰੱਖਿਆ ਹੋ ਨਾ ਸਾਫ਼ ਸਫਾਈ ਕਰਨ ਵਾਸਤੇ, ਉਹ ਜਿੰਨਾ ਮਰਜ਼ੀ ਸਾਫ਼ ਸਫਾਈ ਕਰੇ ਨਾ, ਜਿੰਨੀ ਤੁਸੀਂ ਆਪਣੇ ਘਰ ਨੂੰ ਆਪ ਸਾਫ਼ ਕਰ ਸਕਦੇ ਨਾ, ਉਹਨੇ ਨਹੀਂ ਕਰਨਾ। ਉਹਨੇ ਫਿਰ ਵੀ ਥੋੜ੍ਹਾ ਬਹੁਤ ਨੁੱਕਰ 'ਚ ਲਾ ਦੇਣਾ ਕਚਰਾ, ਉਹਨੇ ਕਹਿਣਾ ਕਿਹੜਾ ਕਿਸੇ ਨੇ ਵੇਖਿਆ। ਪਰ ਆਪ ਤੁਸੀਂ ਕਰੋਗੇ ਨਾ, ਆਪ ਚੰਗੀ ਤਰ੍ਹਾਂ ਤੁਸੀਂ ਸਾਫ਼ ਕਰੋਗੇ। ਸੋ ਗੁਰਮੁਖ ਪਿਆਰਿਓ, ਸਭ ਤੋਂ ਪਹਿਲਾਂ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜੋ। ਜਿਹੜੇ ਬਾਹਰ ਰੋਡਾਂ 'ਤੇ ਲੰਗਰ ਲਾ ਦੇਣੇ ਨਾ, ਉਹ ਲੰਗਰ 'ਤੇ ਕੋਈ ਵੀ ਗੁਰਮੁਖ ਪਿਆਰਾ ਚੱਲਦਾ ਫਿਰਦਾ ਲਾ ਲਊਗਾ। ਬੱਚੇ ਨੂੰ ਸਿੱਧਾ ਕਹੋ, ਪੁੱਤ ਤੇਰਾ ਲੰਗਰ 'ਚ ਸੇਵਾ ਕਰ, ਵਧੀਆ ਗੱਲ ਹੈ, ਪਰ ਘੱਟ ਤੋਂ ਘੱਟ ਐਰਕਾਂ 'ਤੇ ਕਰ ਲਾ। ਪਰ ਆਉਂਦੇ ਹੋਲੇ ਮਹੱਲੇ ਤੱਕ ਜਿਹੜਾ ਅਸਲੀ ਨਿਸ਼ਾਨ ਸਭ ਝਲਾਏ ਗੁਰੂ ਸਾਹਿਬ ਨੇ ਸਿੱਖੀ ਦੇ, ਦਾੜਾ ਕੇਸ ਦਾ ਧਾਰਨੀ ਬਣ ਜਾ, ਤਾਂ ਤੈਨੂੰ ਮੈਂ ਅਨੰਦਪੁਰ ਭੇਜਣਾ, ਨਹੀਂ ਤਾਂ ਅਗਲੀ ਵਾਰ ਮੈਂ ਨਹੀਂ ਉਹ ਤੈਨੂੰ ਭੇਜਣਾ। ਇੰਨਾ ਕਿਤੇ ਪ੍ਰਣ ਲਓ ਨਾ ਬੱਚੇ ਤੋਂ, ਨਾ ਸਿਰ 'ਤੇ ਕੇਸ, ਨਾ ਮੁੱਖ 'ਤੇ ਦਾੜਾ, ਤੇ ਟਰਾਲੀ ਟਰੈਕਟਰ ਲੈ ਕੇ ਪੁੱਤ ਚੱਲਿਆ ਆਨੰਦਪੁਰ ਨੂੰ, ਤੇ ਨਾ ਮਾਂ ਵੇਖ ਰਹੀ ਪੁੱਤ ਕਿੱਥੇ ਆ, ਤੇ ਨਾ ਪਿਓ ਵੇਖ ਰਿਹਾ ਪੁੱਤ ਕਿੱਥੇ ਆ, ਤੇ ਉੱਥੇ ਸਾਰਾ ਦਿਨ ਮੋਬਾਈਲ ਲੈ ਕੇ ਮੋਬਾਈਲ 'ਤੇ ਲੱਗੇ ਹੋਏ ਆ। ਇੱਕ ਸਮਾਂ ਹੁੰਦਾ ਸੀ ਜਦੋਂ ਅਸੀਂ ਅਨੰਦਪੁਰ ਸਾਹਿਬ ਜਾਂਦੇ ਸੀ ਨਾ, ਮਾਤਾ ਪਿਤਾ ਅਨਪੜ੍ਹ ਜ਼ਰੂਰ ਸੀ ਪਰ ਸਿੱਖੀ ਦੀ ਲਗਨ ਸੀ। ਜਿਹੜੇ ਗੁਰਦੁਆਰਾ ਸਾਹਿਬ ਜਾਣਾ ਤੇ ਉਹਨਾਂ ਨੇ ਜਾ ਕੇ ਕਹਿਣਾ, ਬਾਬਾ ਜੀ ਇੱਥੇ ਦਾ ਇਤਿਹਾਸ ਕੀ ਆ? ਤੇ ਉਹਨਾਂ ਨੇ ਕਿਤਾਬ ਲੈ ਲੈਣੀ ਤੇ ਲੈ ਕੇ ਝੋਲੇ 'ਚ ਪਾ ਲੈਣੀ, ਤੇ ਘਰ ਆ ਕੇ ਸ਼ਾਮ ਨੂੰ ਕਹਿਣਾ ਆਹ ਇਤਿਹਾਸ ਪੜ੍ਹੋ ਸੁਣਾਓ। ਤੇ ਅਗਲੇ ਦਿਨ ਕਹਿਣਾ ਕਿੱਥੇ ਰਾਤੀ ਰੋਕਿਆ ਸੀ ਇਤਿਹਾਸ, ਉੱਥੋਂ ਹੀ ਸ਼ੁਰੂ ਕਰੋ। ਤੇ ਮੈਂ ਸੱਚ ਕਹਾਂ, ਗੁਰੂ ਸਾਹਿਬ ਦੀ ਰਹਿਮਤ ਦੇ ਨਾਲ ਮੈਨੂੰ ਕਈ ਵਾਰੀ ਪੁੱਛਦੇ ਆ ਨਾ ਆਰਮੀ ਦੇ ਵਿੱਚ ਸਿੰਘ, ਬਾਬਾ ਜੀ ਤੁਸੀਂ ਸੰਥਿਆ ਕਿੱਥੋਂ ਲਈ, ਬਾਬਾ ਜੀ ਤੁਸੀਂ ਇਤਿਹਾਸ ਕਿੱਥੋਂ ਪੜ੍ਹਿਆ? ਅੱਜ ਮੈਂ ਗੁਰੂ ਹਜ਼ੂਰੀ 'ਚ ਤੁਹਾਨੂੰ ਸਾਰੀ ਸੰਗਤ ਨੂੰ ਦੱਸ ਹੀ ਦੇਵਾਂ ਕਿ ਮੈਂ ਆ ਬਾਪੂ ਜੀ ਬੈਠੇ ਨਾ ਪਿਤਾ ਜੀ ਸਾਹਮਣੇ, ਇਹ ਅਨਪੜ੍ਹ ਜੇ, ਬਿਲਕੁਲ ਨਹੀਂ ਜੇ ਪੜ੍ਹੇ ਇੱਕ ਕਲਾਸ ਵੀ। ਮੈਂ ਸੱਚ ਦੱਸ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਮੈਂ ਸੰਥਿਆ ਵੀ ਇਹਨਾਂ ਤੋਂ ਲਈ ਜੇ।
मैं कथा भी इन्हां तो सीखी जे, मैं पढ़िया भी इन्हां तो जे। वैसे मैं 10 जमातां पढ़िया जे माड़ी बुच्चियां दे स्कूल तो, पर मैं अपनी माँ ते अपने प्यो तो संथਿਆ लई जे। मैं अपनी माँ ते अपने प्यो तो पढ़िया जे। ते 2200 लड़के ने इंडियन आर्मी वास्ते टैस्ट दिता सी बाबा जी वास्ते, ते 2200 दे विचों असीं 48 बच्चे पास होए सी। 48 की इंटरव्यू हुई सी ते 48 चों असीं 21 बाबा जी बने सी ते मेरा 6वां रैंक सी। लोकी कहंदे ना माँ प्यो पढ़िया लिखिया ना होवे ते बच्चा नहीं पढ़ सकदा, ते मेरे माँ प्यो अनपढ़ सी, पर गुरु नानक पातशाह महाराज की किरपा होवे उहदे दर ते तुसीं अनपढ़ भी चल के आई जाओ ना, ते पढ़िया अनपढ़िया भी जिहड़ा वो गत पा सकदा। मैं किसी ग्रंथी सिंह कोलों संथਿਆ लैण नहीं गया, पर मेरा बापू जिहड़ा वो गुरु नानक दे दर ते आउंदा सी, माता जी आउंदे सी, इहो ही संथਿਆ लैके गए ते इन्हां ने लैके दे दित्ती। हाँ, एक बारी संत बाबा जरनैल सिंह होना जी कोल महापुरुषां कोल अमृत छकण गए सी। उन्हां ने दाल दी कड़छी पा के ना थाली दे विच ते इन्नी गल कही सी, शकला भचंगिया किरपा होगी गुरु कलगीधर बापू जी दी। बस उन्हां दी दृष्टि जाने ते गुरु ग्रंथ साहिब ते वो कलगीधर पातशाह जानन। जां एक बारी ज्ञानी भगवंत सिंह जी नूं जपजी साहिब दा पाठ सुना के आया सी। उस तो इलावा किसी ग्रंथी सिंह कोल पढ़न नहीं गए, किसी कोल संथਿਆ लैण नहीं गए। ते जदों मैनूं पुछदा ना कोई, ते मैं कहना हुन्ना कि अपने संत बाबा हरनाम सिंह जी होना ने एक बार बुलाया सी, सरोपा साहब भी श्री साहब दिता सी उन्होंने, तो उन्होंने पूछा कहते जी संथਿਆ कितों लई। मैं क्या बाबा जी सच दसा, कहते दसो। मैं क्या जी जिथों शिजू झूर ने लई सी ना, असल सच पुछो उथों लई। ते जिहड़े तुहाडे तो पहला महापुरुष सी ना संत बाबा जरनैल सिंह, उन्हां को अमृत छकण आए सी ते लंगर चो सेवा कर रहे सी। असीं दौड़ के जाके फतेह बुलाई तो उन्होंने बिठा के ना ते देखते रहे काफ़ी देर, ते दाल दी कड़छी पा के ते पता की कहंदे, कहंदे शकला भचंगिया किरपा होगी कलगीधर बापू जी दी। ते मैं बाबा नंद सिंह नूं सुनिया सी, वो कहंदे हुंदे सी कि नदर गुरु नानक दी बंदियों करे खुदा। कहंदे कोई जीवन वाला संत महापुरुष एक दृष्टि भी पा दवे ना, तो दृष्टि दे विचों भी वो संथਿਆ की वो सब कुछ ही दे जाता है। वो तो संपूर्ण संत महापुरुष ਹਨ। संत बाबा जरनैल सिंह वर्गे महापुरुष ने साढ़े वर्गे कीड़े मकोड़ियां ते एक दृष्टि भी पा जाण ना, ते साढ़े वर्गे इन्हां स्टेजां ते बोलण वर्गे जोगे बन जाते हैं। सो इस करके गुरमुख प्यारिओ कदे भुल्लिओ ना, ये ना सोचो मेरी माँ नूं कुछ नहीं आउंदा ते मेरे प्यो नूं कुछ नहीं आउंदा। माता पिता भावें अनपढ़ भी होण, तुहाडे कोल दुनियावी जिन्नियां मर्जी डिग्रियां होण, पर माँ प्यो दे चरनां 'च बड़ा कुछ हुंदा। भावें वो तुहानूं बोल के ना दस सकदे होण, उन्हां दे चरनां 'चों बड़े वड्डे खजाने आपां लै सकदे हां। सतगुरु महाराज किरपा करन, रहमत करन। होली कीनी संत सेव, रंग लागा अत लाल देव। अंत में तुहानूं मैं थोड़ा जिहा होर विषय तो हट के दूसरे पासे लैके चलां, गुरमुखो अपने बच्चों नूं संभाल सकीए। अज स्ट्रैस का बड़ा जोर चल रहा है। मैं विषय तो थोड़ा जिहा पासे हटां, जिहड़ा एक दुखदाई भाणा साडे नाल इस स्थान ते वापरिया है, सानूं सारिआं नूं अज समझण दी लोड़ है। मैं एक गल आखदा हुन्ना, सुसाइड किसी भी मसले का कोई हल नहीं है। क्योंकि गुरमुख प्यारिओ देखो, सुसाइड करन दे नाल की हुंदा, मैं साडी पलटना दे विच आम ये लैक्चर चलदे आ सुसाइड दे उत्ते। मैं एक वीर नूं पुछिया, उन्हां दे फादर साहब ने सुसाइड कीता, वो ASIC पंजाब पुलिस दे विच छुट्टी कट के आया बच्चा, ते कहंदे जी बाबा जी मैं सुसाइड करना, मैनूं पता लगा, मैं बुलाया। मैं कहा हरमीत किन्ने भरा? कहंदे 2 भैणां मेरियां। ते मैं कहा काका जे तुहाडी भैन किते बाहर तुरी जाती होवे ते उन्हां नूं कोई मखौल करे जां कुछ आखे, अपशब्द बोले, तुहानूं चंगा लगेगा? कहंदा नहीं बाबा जी मैं तो सिर ला देंगा। मैं कहा पक्की गल आ, दृढ़ता होनी चाहिए भरा दे अंदर, बड़ी खुशी की गल है। दुख लगा तुहानूं? कहंदे हाँ जी। तुहाडी माता जी नूं कुछ कहे? कहंदा बड़ा दुख होएगा। तो मैं कहा जे तुसीं सुसाइड कर लोगे तो फिर तुहाडी माता जी ते भैन जी की राखी कौन करेगा? चुप हो गया।
मैं क्या सब तो वड्डा दुख तो अपनी माँ ते भैन नूं फिर तुसीं दे के जा रहे हो ना। पहलां ते तुहाडा पिता जी जा चुकिया, बाद में सब तो वड्डा दुख अपनी माँ ते भैन नूं तुसीं दे के जा रहे हो ना। इदों वड्डा दुख तो होर कोई नहीं हो सकता ना। तो अज वो बड़ा वधिया यूनिट दे विच पलटन दे विच नौकरी कर रहा है। इस करके जे इहो जिहा कोई गल है, सब तो वधिया सिस्टम साडे इस गुरुद्वारा दमदमा साहब दा है, जो मैं देख रहा अज तो 15-16 साल तो प्रबंधक कमेटी ते है। उस तो इलावा आ जिन्ने क शरीर दिखते हैं ना, नीलियां पीलियां चिट्टियां पग्गां वाले, किसी की भी बांह फड़ के कोई भी वीर कह सकता कि बापू जी मैनू इस गल की तंगी आ, कोई भी वीर कह सकता। उस तो इलावा साडियां बीबियां भैणां माता साडियां जिहड़ियां सुखमणी साहब सेवा सोसाइटी वालियां, किसी नूं भी तंगी आ, जिहड़ियां साडियां भैणां इत्थे प्रशादियां दीयां सेवावां करदियां ना स्टाफ वालियां, उन्हां विचों भी किसी नूं कोई तकलीफ होवे, वो इन्हां भैणां नूं भी कह सकदियां कि भैण जी सानूं इत्थे इस गल की तंगी आ, ये साडा परिवार इन्ना घुलिया मिलिया परिवार है। सानूं भी कई बारी इत्थे ना, मैनूं कईयां वीरां ने कहा बाबा जी तुसीं श्रोमणी कमेटी जे, तुसीं गुरुद्वारा प्रबंधक कमेटी च। मैं कहा हाँ असीं सारे कमेटी च हां जिन्ने इत्थे नीलियां पीलियां पग्गां वाले दिखदे हां। जदों मैनूं पता लगा दमदमा साहब एक बच्चे ने इस तरह सुसाइड कर लिया, मैनूं बड़ा दुख तां होया कि मैं बाहर स्टेजां ते भी कहना कि दमदमा साहब बड़ा भाईचारा, खासकर भाई साहब भाई मोहकम सिंह बड़ी निमरता वाली रूह है, बड़े प्यार वाली रूह है। भाई मोहकम सिंह होना कोल ते कोई भी बच्चा पहुँच जाए, कोई किसी तरह की प्रॉब्लम लैके भी पहुँच जाए, इहो जिहा कोई मसला हो ही नहीं सकता कि वो हल ना होवे। जदों वो बच्चे ने सुसाइड किया, उहदे पिंडों मैनूं फोन आया, क्योंकि उसके पिंड का एक बच्चा मेरी पलटन विच सी। मैनूं कहंदे बाबा जी दमदमा साहब आ गल होई। मैं कहा हो ही नहीं सकती, कहते नहीं होई। फिर मैं भाई मोहकम सिंह नूं फोन किया, कहंदे नहीं वो बच्चा होया इस तरह होया पर ठीक है। तो थोड़ी देर पता लगा कहंदे नहीं इस तरह होया। गुरमुखो इस तरह क्यों हुंदा है, इहदा जिक्र गुरबाणी विच भी आया है। तीने ताप निवारण हारा, दुख अंता सुख रास, ताको बिघन न को लागे, जाकी प्रभ आगे अरदास। स्ट्रैस तनाव चिंता तीन रूप हैं इहदे। इंग्लिश दे विच है स्ट्रैस, हिंदी दे विच है तनाव, ते पंजाबी दे विच है गुरमुखी दे विच है चिंता। जिन्हों गुरु नानक साहब ने आख्या नानक चिंता मत करो, चिंता तिसी है जल में जंत उपाय न, तिना पी रोजी दे। जल विच जंतु पैदा कीते, उन्होंने भी रोजी दे रहा है, तुसी चिंता ना करो। एक गल जरूर मननी पेगी इत्थे, असीं हुण जिन्ना मर्जी कहिए आ भी दोषी ओ भी दोषी ओ भी दोषी नहीं, मैं बिल्कुल क्लीयर कहूँगा, भावें इनू कुछ भी कहे, सिस्टम नू को कुछ भी कहो, सब तो पहला मैं दोषी हाँ। अगर जो कदम चुकदा मैं दोषी, मेरा इहदे विच दोष मैं तुहानूं सिद्ध कर सकदा की दोष है। मैनू गौरमेंट ने 3 साइकोलॉजिकल काउंसलर कोर्स कराए अपने आर्मी के बच्चों को समझण वास्ते, उन्होंने पढ़ाउण वास्ते साइको कोर्स कहते हैं। इसे वास्ते स्ट्रैस मैनेजमेंट वास्ते कि किहड़ा बच्चा स्ट्रैस विच है, किस कारण करके है। साडी पलटन जदों कोई केस हुंदा उदों कहंदे आ बाबा जी कोल भेज दो इस बच्चे नूं। कई बार 3-3 बच्चों के बैड लगे होंदे साडे कोल गुरुद्वारा साहब दे विच। जदों कोई कहंदा सुसाइड करना, कहंदे ज्ञानी जी कोल भेज दो इनू। गुरमुख प्यारो ऐसा क्यों होंदा है? जे किसी नूं शरीरक रोग है ना, बंदा आवाज़ मारदा मेरा सिर बड़ा दुखदा, मेरे पेट च बड़ी दर्द हुंदी है, पर जदों किसी नूं स्ट्रैस हुंदी है, टेंशन हुंदी है ना, वो बंदा समाज तो डरदा होया एक्सैप्ट नहीं करता। क्योंकि साडे समाज की कहंदे आ ये मैंटल हो गया, ये 10 नंबर ही हो गया, फिर उन्होंने मखौल करना, चढ़ाउण लग पैना, इन्हां नाल गल करो तो दिमाग ही खराब हो गया। जिवें शरीरक रोग होया इवें एक मानसिक रोग हुंदा। शरीरक रोग वाले नूं समझ हुंदी है, मानसिक रोग वाले नूं समझ नहीं हुंदी। हो सकदा मानसिक रोग वाला तुहानूं अपशब्द बोले, गाली गलोच करे, हो सकदा वो थप्पड़ भी मार देवे, ते ओहदा थप्पड़ सानूं जरना भी पवेगा।
तो ये नहीं कि उन्होंने अगों आपां भी 2 थप्पड़ मार दईए, उहदी विरोधता करिए। जिवें सरीरक रोग वाले दी आपां हैल्प करते हैं ना, मानसिक रोग वाले दी सानू होर ज़्यादा हैल्प करनी चाहिए है। सानू स्टाफ की इन्नी क कमी रह जाती है कि सानू उन्होंने पहचानने च कमी रह जाती है। उन्होंने पहचानना चाहिए। जे किसी तनाव में है, वो मान लो एक समय ड्यूटी नहीं कर सकता, तो कोई गल नहीं, आपस में विचार करनी चाहिए है। बच्चा थोड़ा टेंशन चा, कोई गल नहीं, रहने दो, चल ठीक है बेटा तू घर जाना जा चले जा। असी आर्मी च इस तरह करते हैं। तो तुहानू एक मैं गल दसां, एक बटाले के कोल पिंड है, वो एक बच्चा, उन्होंने 1 साल हो गया सी घर छड्डिया होया। एक बच्चे नूं, उहदी घरवाली नूं कैंसर है। वो बच्चे की खासियत जरूर है, 1 साल हो गया, 1 महीने बाद आउंदा, पुराने छुट्टी का कागज़ जमा कर जाता, दूसरा कागज़ उन्होंने दे देता, आइडेंटिटी कार्ड विखा जाता, क्योंकि लगातार असीं उन्होंने नहीं दे सकते। महीने बाद एक बार आउंदा, 1 साल हो गया। एक हुण होर बच्चा है चंडीगढ़ तो, उहदी माता एडमिट, अद्धा सिर उहदा कट्टिया, उहदा ऑपरेशन होया, प्यो उहदा शहीद हो चुक्या आर्मी में, और हुण दोबारा आया सी, उन्हें जवाब दे दिता सी मैं नहीं आउणा, जो तुसीं करना कर लो। फिर मैं उन्होंने कहा बेटा एक बार तू आ। हुण आया 1 महीने वास्ते, उन्होंने असीं फिर भेजिया, क्योंकि स्टाफ दे विच एक बंदे दे नाल पलटन दे विच, परिवार दे विच, ये साडे परिवार दा एक मैंबर आ, कोई एडा वड्डा फर्क नहीं पैंदा। जिवें असीं अपने परिवार नूं चलाउने, इवें अपने स्टाफ नूं भी सानूं चलाउणा चाहीदा है, क्योंकि जदों उहदी माता जां उहदी घरवाली, उहदा परिवार ठीक हो जाएगा ना, वो इस संस्था वास्ते, इस परिवार वास्ते होर वध चढ़ के काम करूगा। कल नूं होर किसी नूं प्रॉब्लम आएगी, वो ज़्यादा योगदान पाऊगा, साडी ये संस्था होर वध तरक्की करेगी। सिख धर्म दा ते काम ही सेवा करना है। सो इस तरह इस संस्था नूं, इस परिवार नूं होर अगे ज़्यादा वधाया जा सकता है। जिस तरह साडे आर्मी विच है ना, इस तरह मैं बेनती करां, इन्हां परिवारां विच भी, गुरु घर च भी आपां शुरू करिए कि जदों कोई बच्चा तनाव च हुंदा ना, उन्होंने बिठा के उहदे परिवार की कहानी पुछिए कि ये बच्चा टेंशन च क्यों आ, किते इहदे परिवार च कोई लड़ाई झगड़ा तो नहीं, किते इहदे परिवार च कोई बीमारी ना ग्रस्त तो नहीं, इनू टेंशन क्यों आ, खास करके कादे करके आ, इहदी आपां की मदद कर सकते हैं जिहदा करके इहदी रोज़मर्रा की जिंदगी जिहड़ी वो नॉर्मल चलन लग पवे, तो फिर अपने आप ही उहदी जिंदगी जिहड़ी आ वो ठीक ठाक चलन लग पवेगी। ये स्ट्रैस मैनेजमेंट के कोर्स, साइको कोर्स, ये चीज़ां सारियां गुरमुख प्यारिओ सिखाया करदियां हन। इस तरह करके जदों फिर आपां उहनूं देखदे नहीं आ, उहदा ध्यान नहीं रखदे ना, तो स्ट्रैस का लेवल जिहड़ा वधना शुरू हो जाता है। ये 3 तरीकों के नाल ये बीमारी इंसान नूं बर्बाद करती है। तीने ताप निवारण हारा, ताप कहंदे फीवर नूं। ये 3 किस्म का फीवर है, आदि, व्याधि ते उपाधि। मैं बड़े संखेप के विशेष संकोचन की कोशिश कर रहा। जे किसी वीर ने विस्तार नाल वेखना होवे तो यूट्यूब पर जाके देख सकता। बलराज सिंह खालसा चैनल के उत्ते असी 1.5 घंटे का विषय इसका विस्तार किया होया कि पॉजिटिव स्ट्रैस की हुंदा, नैगेटिव स्ट्रैस की हुंदा, जिन्हों भंगाणी के मैदान दे विच गुरु गोबिंद सिंह महाराज ने विस्तार किया होया। जबे बाण लाग्यो तबे रोस जाग्यो। तकरीबन 250 विषय है यूट्यूब के उत्ते। हर मैदान फतेह का की मतलब है, ना 3 चों ना 13 चों का की मतलब है, बादशाह ते दरवेश विच की फर्क है, औखी घड़ी की है, वाहिगुरू जी का खालसा वाहिगुरू जी की फतेह का की अर्थ है। सो गुरमुख प्यारिओ, इत्थे तीने ताप निवारण हारा 3 किस्म का फीवर है। जो स्ट्रैस है इंसान नूं 3 तरीकों के नाल बर्बाद करती है। पहला तरीका है आदि। जदों असी बीमारी नूं एक्सैप्ट नहीं करांगे तो बीमारी का सही ट्रीटमेंट, सही इलाज नहीं हो सकेगा। जिन्ना चिर आप एक्सैप्ट नहीं करांगे मैं बीमार हाँ, तो इलाज हो नहीं सकना। हुण बीमारी है स्ट्रैस की पहली अवस्था जिहड़ी है आदि, तो आपां इलाज किहदा करी जाने आ। कदी कहंदा मेरा सिर दुखदा है, मैनूं आ हो रहा, तो असल च है उहनूं स्ट्रैस है। उल्टियां सीधियां बंदा दवाइयां खाई जांदा, तो वो दवाइयां जिहड़ियां उहदा सैड इफैक्ट कित्थे हुंदा, वो दूसरी स्टेज ते पहुँच जांदी, वो शरीरक इफैक्ट हो जांदा। आदि व्याधि,
ਉਹ ਸਰੀਰਕ ਰੋਗ ਹੋਈ ਜਾਂਦੇ ਆ। ਜਦੋਂ ਫਿਰ ਉਹ ਸਰੀਰਕ ਰੋਗਾਂ ਦੀ ਦਵਾਈ ਖਾਈ ਜਾਂਦਾ ਤਾਂ ਬਿਮਾਰੀ ਦੀ ਜੜ ਸੀ ਦਿਮਾਗ ਦੇ ਵਿੱਚ, ਤੇ ਉਹ ਦਵਾਈ ਫਿਰ ਵੀ ਅਸਰ ਦਿਮਾਗ 'ਤੇ ਹੀ ਕਰਦੀ ਆ। ਹਰ ਦਵਾਈ ਅਸਰ ਦਿਮਾਗ ਤੋਂ ਹੀ ਸ਼ੁਰੂ ਕਰਦੀ ਆ, ਕਿਉਂਕਿ ਸਰੀਰ ਨੂੰ ਚਲਾਉਣ ਵਾਲੀ ਮਸ਼ੀਨਰੀ ਇੱਥੇ ਬੈਠੀ ਹੋਈ ਆ। ਉਹ ਸਰੀਰਕ ਰੋਗ ਦੀ ਦਵਾਈ ਵੀ ਖਾਈ ਜਾਂਦਾ, ਅਸਰ ਫਿਰ ਇਸੇ ਮਸ਼ੀਨਰੀ ਤੇ ਪਈ ਜਾਂਦਾ, ਤੇ ਉਹ ਨਾ ਸਰੀਰ ਕੰਮ ਕਰਦਾ ਤੇ ਨਾ ਫਿਰ ਦਿਮਾਗ ਕੰਮ ਕਰਦਾ, ਤੇ ਉਹ ਤੀਸਰੀ ਸਟੇਜ ਤੇ ਪਹੁੰਚ ਜਾਂਦੀ ਬਿਮਾਰੀ ਫਿਰ ਆਦਿ ਵਿਆਧੀ ਉਪਾਧੀ। ਫਿਰ ਉਹ ਨਾ ਪਰਿਵਾਰ ਨੂੰ ਦੇਖ ਸਕਦਾ, ਨਾ ਸਰੀਰ ਨੂੰ ਦੇਖ ਸਕਦਾ, ਤੇ ਨਾ ਦਿਮਾਗ ਕੰਮ ਕਰਦਾ। ਫਿਰ ਉਹ ਪਰਿਵਾਰਕ ਕਲਾ ਕਲੇਸ਼ ਦਾ ਰੂਪ ਧਾਰਨ ਕਰ ਜਾਂਦਾ ਹੈ। ਇਹ ਸਟ੍ਰੈਸ ਦੀ ਬਿਮਾਰੀ ਜਿਹੜੀ ਹੈ ਗੁਰਮੁਖੋ, ਇਹ 3 ਤਰੀਕਿਆਂ ਦੇ ਨਾਲ ਇਨਸਾਨ ਨੂੰ ਬਰਬਾਦ ਕਰਦੀ ਹੈ। ਮਾਨਸਿਕ ਤੌਰ 'ਤੇ, ਸਰੀਰਕ ਤੌਰ 'ਤੇ ਪਰਿਵਾਰਕ ਤੌਰ 'ਤੇ ਨਾਲ ਹੀ ਕਹਿ ਲਓ ਸਮਾਜਿਕ ਤੌਰ 'ਤੇ ਵੀ ਇਹ ਬਰਬਾਦ ਕਰਕੇ ਰੱਖ ਦਿੰਦੀ ਹੈ। ਕਲਾ ਕਲੇਸ਼ ਰਹਿਣ ਲੱਗ ਪੈਂਦਾ ਹੈ। ਸਮਾਜ ਵਿੱਚ ਵੀ ਇਸ ਤਰ੍ਹਾਂ ਉਹਦਾ ਆਸ-ਪਾਸ ਕਲਾ ਕਲੇਸ਼ ਰਹਿਣ ਲੱਗ ਪੈਂਦਾ ਹੈ। ਸਭ ਤੋਂ ਖਤਰਨਾਕ ਬਿਮਾਰੀ ਹੈ। ਹੁਣ ਥੋੜ੍ਹਾ ਜਿਹਾ ਧਿਆਨ ਦਈਏ 5-7 ਮਿੰਟ ਵਾਸਤੇ। ਇਸ ਬਿਮਾਰੀ ਦਾ ਇਲਾਜ ਕੀ ਹੈ? ਪੋਜ਼ੀਟਿਵ ਸਟ੍ਰੈਸ ਤੇ ਨੈਗੇਟਿਵ ਸਟ੍ਰੈਸ ਦੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ। ਹਾਂ, ਸਟ੍ਰੈਸ ਦੀ ਤਣਾਅ ਦੀ ਲੋੜ ਹੈ ਆਪਣੀ ਜ਼ਿੰਦਗੀ ਦੇ ਵਿੱਚ। ਜੇ ਸਟ੍ਰੈਸ ਨਹੀਂ ਹੋਵੇਗਾ, ਜੇ ਤਣਾਅ ਨਹੀਂ ਹੋਵੇਗਾ, ਤੇ ਗੁਰਮੁਖੋ ਜ਼ਿੰਦਗੀ ਨਹੀਂ ਚੱਲ ਸਕਦੀ। ਹੁਣ ਜੇ ਭਾਈ ਸਾਹਿਬ ਨੇ ਕੌਲ ਦਿੱਤੀ ਕਿ ਗਿਆਨੀ ਜੀ ਸਵੇਰੇ ਕਥਾ ਕਰਨੀ ਹੈ, ਸੇਵਾ 'ਤੇ ਆਉਣਾ, ਤੇ ਸਾਨੂੰ ਥੋੜ੍ਹਾ ਜਿਹਾ ਸਟ੍ਰੈਸ 'ਤੇ ਹੋਇਆ ਨਾ, ਪੋਜ਼ੀਟਿਵ ਸਟ੍ਰੈਸ, ਕਿ ਬੜੀ ਸਤਿਗੁਰਾਂ ਦੀ ਕਿਰਪਾ ਹੋਈ ਹੈ। ਪੋਜ਼ੀਟਿਵ ਸਟ੍ਰੈਸ ਕੀ ਹੁੰਦਾ ਕਿ ਬੜੀ ਸਤਿਗੁਰਾਂ ਦੀ ਕਿਰਪਾ ਹੋਈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰ ਤੋਂ ਸੁਨੇਹਾ ਆਇਆ ਕਥਾ ਕਰਨ ਆਉਣਾ, ਤੇ ਇਹ ਅਸੀਂ ਉੱਠ ਕੇ ਚੱਲ ਕੇ ਆਏ ਤਾਂ ਹੀ ਪਹੁੰਚੇ ਨਾ ਇਸ ਸਥਾਨ 'ਤੇ। ਤੇ ਇਹ ਹੋ ਗਿਆ ਪੋਜ਼ੀਟਿਵ ਸਟ੍ਰੈਸ। ਤੇ ਇੱਕ ਹੋ ਗਿਆ ਨੈਗੇਟਿਵ ਸਟ੍ਰੈਸ। ਓਹੋ ਸੌਣਾ ਸੀ ਸਵੇਰੇ ਥੋੜ੍ਹਾ 1-2 ਘੰਟਾ, ਕਿੱਥੇ ਭਾਈ ਸਾਹਿਬ ਨੇ ਫੋਨ ਕਰ ਦਿੱਤਾ। ਉਹ ਕੀ ਹੋਣਾ ਸੀ? ਨੈਗੇਟਿਵ ਸਟ੍ਰੈਸ। ਤੇ ਉਹਦੇ ਨਾਲ ਕੀ ਇੱਥੇ ਕਥਾ 'ਤੇ ਆ ਕੇ ਕਰਨੀ ਸੀ, ਪਰ ਧੌਣ ਜੀ ਸੁੱਟ ਕੇ ਮਜ਼ਾ ਹੀ ਨਹੀਂ ਸੀ, ਆਨੰਦ ਹੀ ਨਹੀਂ ਸੀ ਆਉਣਾ ਕਥਾ ਕਰਨ ਦਾ। ਕਿੱਥੇ ਭਾਈ ਸਾਹਿਬ ਨੇ ਸੱਦ ਲਿਆ। ਤੇ ਅਸਲ ਦੇ ਵਿੱਚ ਜਿਹੜੀ ਪੋਜ਼ੀਟਿਵ ਸਟ੍ਰੈਸ ਹੁੰਦੀ ਹੈ ਨਾ, ਉਹ ਅਗਾਂਹ ਵਧੂ ਹੁੰਦੀ ਹੈ। ਉਹਦੇ ਨਾਲ ਆਨੰਦ ਜਿਹੜਾ ਉਹ ਹੋਰ ਜ਼ਿਆਦਾ ਆਉਂਦਾ ਹੈ। ਤਾਂ ਪੋਜ਼ੀਟਿਵ ਸਟ੍ਰੈਸ ਉਹ ਸੀ ਕਿ ਜਦੋਂ ਆਇਆ ਹਰੀ ਚੰਦ ਹੰਡੂਰੀਆ ਚੜ੍ਹ ਕੇ, ਮੈਂ ਥੋੜ੍ਹਾ ਜਿਹਾ ਹਿੰਟ ਦੇ ਦੇਵਾਂ। ਹਰੀ ਚੰਦ ਹੰਡੂਰੀਏ ਨੇ ਪਹਿਲਾ ਵਾਰ ਕੀਤਾ ਘੋੜੇ ਦੇ ਸਤਿਗੁਰਾਂ ਦੇ। ਅੱਜ ਤੱਕ ਕਿਸੇ ਨੇ ਆਪਣੇ ਦੁਸ਼ਮਣ ਨੂੰ ਪਹਿਲਾ ਵਾਰ ਕਰਨ ਦਾ ਮੌਕਾ ਨਹੀਂ ਦਿੱਤਾ। 17 ਸਾਲ ਦੀ ਉਮਰ ਕਲਗੀਧਰ ਪਾਤਸ਼ਾਹ ਦੀ, ਪਹਿਲਾ ਵਾਰ ਕੀਤਾ ਹੰਡੂਰੀਏ ਨੇ, ਤੇ ਉਹ ਵੀ ਵਿਅਰਥ ਗਿਆ। ਦੂਸਰਾ ਵਾਰ ਕੀਤਾ, ਉਹ ਵੀ ਵਿਅਰਥ ਗਿਆ। ਤੀਸਰਾ ਫਿਰ ਮੌਕਾ ਦਿੱਤਾ, ਉਹਦੀ ਥੋੜ੍ਹੀ ਜਿਹੀ ਚੁੰਝ ਲੱਗੀ, ਕਛੁਗਾਓ ਨਾ ਆਇਓ। ਤੇ ਤੀਸਰਾ ਵਾਰ ਸਤਿਗੁਰਾਂ ਨੇ ਫਿਰ ਕੀਤਾ, ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ। ਇਹ ਸੀ ਪੋਜ਼ੀਟਿਵ ਸਟ੍ਰੈਸ ਸੀ। ਸੋ ਗੁਰਮੁਖ ਪਿਆਰਿਓ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇੱਥੇ ਸਾਨੂੰ ਪੋਜ਼ੀਟਿਵ ਸਟ੍ਰੈਸ ਕੀ ਹੁੰਦਾ ਹੈ ਉਹ ਸਮਝਾਉਣਾ ਕੀਤਾ ਹੈ। ਸੋ ਸਟ੍ਰੈਸ ਜਿਹੜਾ ਹੈ ਇਹ ਕਿਵੇਂ ਜਾਂਦਾ ਹੈ, ਕਦੋਂ ਇਹ ਨਹੀਂ ਆਉਂਦਾ? ਅਸਲ ਦੇ ਵਿੱਚ ਚੇਤਾ ਉਦੋਂ ਜਦੋਂ ਪਰਮਾਤਮਾ ਦਾ ਚੇਤਾ ਰਹਿੰਦਾ ਹੈ, ਉਦੋਂ ਚਿੰਤਾ ਨਹੀਂ ਆਉਂਦੀ। ਜਦੋਂ ਉਹਦਾ ਚੇਤਾ ਭੁੱਲ ਜਾਂਦਾ ਹੈ, ਉਦੋਂ ਫਿਰ ਚਿੰਤਾ ਆਉਣੀ ਲਾਜ਼ਮੀ ਹੈ। ਭਾਈ ਮਤੀ ਦਾਸ ਦੀ ਸ਼ਹਾਦਤ ਪੜ੍ਹ ਲਓ, ਭਾਈ ਸਤੀ ਦਾਸ ਦੀ ਸ਼ਹਾਦਤ ਪੜ੍ਹ ਲਓ। ਭਾਈ ਮਤੀ ਦਾਸ ਨੂੰ ਜਦੋਂ ਜਲਾਦ ਨੇ ਪੁੱਛਿਆ ਨਾ, ਜਲਾਦ ਆਖਦਾ ਦੱਸ ਮਤੀ ਦਾਸਾ, ਤੇਰੀ ਕੋਈ ਆਖਰੀ ਇੱਛਾ ਜੋ ਹੱਲ ਹੋਵੇ। ਅੱਗੋਂ ਹੱਸ ਮਤੀ ਦਾਸ ਬੋਲਦਾ, ਇੱਕੋ ਇੱਕ ਜੇ ਆਖਰੀ ਇੱਛਾ ਇਸੇ ਵਕਤ ਹੱਲ ਹੋਵੇ। ਮੇਰੇ ਸੀਸ ਉੱਤੇ ਚੱਲੇ ਜਦੋਂ ਆਰਾ, ਮੇਰਾ ਮੁੱਖ ਮੇਰੇ ਗੁਰੂ ਦੇ ਪਿੰਜਰੇ ਵੱਲ ਹੋਵੇ। ਦੇਖੋ, ਇਦੋਂ ਵੱਧ ਕਿਸੇ ਨੂੰ ਸਟ੍ਰੈਸ ਹੋ ਸਕਦਾ ਕਿ ਪਤਾ ਥੋੜ੍ਹੀ ਦੇਰ ਬਾਅਦ ਸਿਰ 'ਤੇ ਆਰਾ ਚੱਲਣਾ, ਚੀਰ ਕੇ 2 ਫਾੜ ਕਰ ਦੇਣਾ, ਪਰ ਸਿੱਖ ਕਹਿੰਦਾ ਕਿ ਮੇਰਾ ਮੁੱਖ ਮੇਰੇ ਗੁਰੂ ਦੇ ਪਿੰਜਰੇ ਵੱਲ ਹੋਵੇ। ਇਦੋਂ ਵੱਧ ਚਿੰਤਾ ਕਿਸੇ ਨੂੰ ਹੋ ਸਕਦੀ ਆ ਕਿ ਮੈਨੂੰ ਚੀਰਿਆ ਜਾਣਾ। ਫਿਰ ਕੀ ਹੋਇਆ? ਚੱਕ ਜਲਾਦਾਂ ਰੱਖਿਆ ਸਿਰ ਤੋਂ ਆਰਾ,
आरा प्यारा लगदा दुफाड़ा करो बनाए, सिर जांदा तां जाए मेरा सिक्खी सिदक ना जाए। फिर की होया, अर्धो अर्ध चराए सो डारा, परयो पृथ्वी पर हवै दो फारा, दोनों तन ते जपजी पढ़ै, हेरत सब कै अचरज पढ़ै। वेखण वाले सारे ही हैरान हो गए। दो फाड़ करके धरती ते डिग्या, दोनों तन्ना चों की आवाज आउंदी सी, जिन्नी नाम ध्याया गए मसक्कत काल, नानक ते मुख उजले केती छुट्टी नाल। दोनों टुकड़ियां चों जपजी साहब की आवाज़ आउंदी सी। किते स्ट्रैस है सी, चिंता है सी। जदों परमात्मा दा चेता भुल गया उदों चिंता आउंदी आ। आपां कहने ना तिन्नां चों ना 13 चों कहावत है ना। मैं हुणे गल कर रहा सी ना, बजुर्गां ने कहावतां क्यों बनाईयां सी। बजुर्ग सी अनपढ़, सिੱਖੀ प्रचार का बड़ा तरीका नवेकला लभ्या होया सी। पिता जी ने चलद्या फिरद्या कहना चल ओए ना तू 3 चों ना 13 चों, ते बच्चे ने खड़ा करना पापा जी की मतलब ना 3 चों ना 13 चों दा। ते पापा जी ने होर वधिया तरीका लभ्या हुंदा सी, कहना मेरे को टाइम नहीं, मैं काम करन डिया। पहला दादे काम नहीं सी करते होंदे, घट काम करते सी बुजुर्ग हो के, असीं देखदे होंदे सी। साडे दादा जी ने आराम से ना जा घोड़ी ते चढ़ जाना ते जां फिर कहना किधर चलिया पट्ठे लैण, चल मैं वढ मैं उन्ना पंड चकाउना आके, ते डांग लैके बुजुर्ग होंदे सी तुर पैना उधर। ते पापा जी ने कहना जा बापू नूं पुछ ला जाके, जा माँ जी नूं पुछ ला। ते माँ जी ने कहना जा जा शामां नूं दसांगे तैनूं। उन्हां दा मतलब हुंदा सी सिੱਖੀ दा होर प्रचार हो जे। तो शामां नूं असीं कहना बापू जी दसो ना 3 चों ना 13 चों की। तो शामां नूं ना सारे पोते पोतियां बिठा लैणे, नूहां भी बिठा लैणियां, फिर उन्हां कहानियां सुणाउणियां शुरू कर देणियां। 3 ਉਹ होए ਜਿਹੜੇ गुरु तेग बहादुर साहब नाल चांदनी चौक दिल्ली विखे कुर्बान हो गए। 13 ਉਹ होए आ ਜਿਹੜੇ ईसाई धर्म के मोढी नूं पिठ विखा गए सी कि असी ਇਹਦੇ नहीं तो ਇਹ साडा नहीं, साडा ਇਹਦੇ नाल कोई संबंध नहीं आ। इस तरह करके साडे बुजुर्ग जिहड़े आ गुरमुखो पुरातन समयां दे विच सिੱਖੀ दा प्रचार करिया करदे सी। सो जिन्हां नूं चेता सी, जिन्हां नूं परमात्मा दा चेता सी, वो 3 अपने गुरु दे नाल कुर्बान हो गए, उन्हां नूं चिंता नहीं आई। ते जिन्हां नूं अपने इष्ट दा चेता भुल गया उन्हां नूं चिंता आ गई ते वो छड्ड के भज गए, ते अज भी 13 तो नफरत करिया करदे हन। सो सतगुरु जी महाराज किरपा करन। मैं यही बेनती करदा, मैं कल भी कह रहा सी प्रबंधक वीरां नूं कि जो भी होया इस स्थान ते बड़ा दुख होया सुन के, क्योंकि बड़ा वड्डा भाईचारा सी, बड़ा वड्डा प्रेम सी। ते मैं गुरु हजूरी चो अज भी कहना जे साडे जाण दी जरूरत है, असी कल्ले नहीं, मैं गुरु के वजीर होने के नाते एक गल कह सकदा विश्वास दे नाल कि सारा इलाका कहो तो असीं सारा इलाका चल के उस परिवार नूं भी हत्थ जोड़ के उन्हां दे चरण फड़ के बेनती कर सकदे हां कि साडे इत्थे इन्हां दा कोई दोष नहीं, किसी दा सानूं नहीं पता किवें किसी ने कह दिता जां कर दिता, क्योंकि गुरमुख प्यारिओ किसी की कोई जाति दुश्मनी थोड़ी आ। हो सकता वो बच्चे दे मन ते कोई टेंशन होवे, कोई स्ट्रैस होवे, कुछ भी होवे, असी कह सकते हाँ कि गुरमुखो भाई जैमल सिंह होनी जां छोटू वीर होनी जिहड़े इत्थे सेवा करते सी, बड़ी शरधा दे नाल इत्थे सेवा करते सी। सुसाइड करना ये कोई किसी बीमारी का कोई चीज़ का हल तो नहीं है ना। दुनिया बड़ी लम्मी चौड़ी आ, ज़्यादा ही गल सी इस जगह नूं छड्ड के किते अपने परिवार च चले जांदे, होर किते चले जांदे, आके सानू कह दिंदे, आपां वीरां नूं समझा लैंदे, कोई हल निकल आउंदा। सो ये बड़े दुखदाई गल है। सारे वीर भी जाके इत्थों बैठे आ, ये पंथ नूं बड़ा गलत मैसेज आंदा है। जे किसी वीर दा उन्हां परिवारां दे नाल कोई संबंध है ना, जां किते लोड़ है जाण दी, आपां सारे जाके भावें कोर्ट च भी जाना पैंदा ते जाके बेनती करिए ते मसला गुरु साहब दे अगे भी तरला लईए, ये हल होवे ते सारे वीर शांति दे नाल मिल के बह सकण। और गुरु हरगोबिंद साहब महाराज किरपा करन साडी ते सतगुरां दे अगे जोदड़ी अरदास बेनती है कि ये जिहड़ा वाद चलिया है इहनूं सतगुरु महाराज आप विच वरत के सुलझाउण ते उस विछड़ी रूह नूं अपने चरनां दे विच निवास बख्शण।
ਤੇ ਭਾਈ ਮੁਕਮ ਸਿੰਘ ਵਰਗੇ ਚੜ੍ਹਦੀਆਂ ਕਲਾ ਵਾਲੇ ਜਿਹੜੇ ਗ੍ਰੰਥੀ ਆ, ਇਹਨਾਂ ਦੀ ਸਮੁੱਚੀ ਅਗਵਾਈ ਬਖਸ਼ ਕਰਕੇ ਇਸ ਮਸਲੇ ਨੂੰ ਸਤਿਗੁਰ ਮਹਾਰਾਜ ਇਸ ਨੂੰ ਸੁਲਝਾ ਕਰਕੇ ਤੇ ਇਸ ਇਲਾਕੇ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਇੰਨੇ ਕੁ ਬਚਨ ਕਰਦੇ ਹੋਏ ਸਮਾਪਤੀ ਜੀ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ।